होवती कुचीलता किताबन कुरान की। पाप ही पर पक जाते धर्म तसक जाते। बरनंग रख जाते सहत विधान की। देवी देव देहुरे संतोख सिंह दूर होते। रीत मिट जाती कथा बिदन पुराण की। श्री गुरु गोबिंद सिंह पावन परम सूर। मूरत न होती जो पै करुणा निधान की। एक अंकारा सतगुरु तेह प्रसाद सच होए। वाहिगुरु जी की फतेह है। विघ्न विनाशन सोए। श्री गुर शब्द कमाए जिन जीते पंच विकार। तिन संतन को बंदना सिर चरणन पर तार। सुकाओ होटल गुर सेवियै अहनिस सहज सुभाए। दर्शन परसे आए गुरु कै जन्म मरण दुख जाए। होवै सिफत खसामदी नूरे अरसों कुरसों छटिया। तुद डिठे सचे पातशाह। मल जन्म जन्म दी कटिया। सजन सचा पात सिर साहांदै सा। जिस पास बैठिया सबना दा। जिस पास बैठिया सोहीऐ सबना दा वेसाओ। सो बहीन सो आनंद कालद अपारा। तिस मैं बृत टिकी एक सारा। वाहिगुरु जी का खालसा वाहिगुरु जी की फतेह। किरपा निधान गरीब नवाज। चवर तख्त ਸਿੰਘਾਸਨ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਵਿੱਚ ਆਪ ਸੰਗਤ ਨੇ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਨ ਕੀਤੇ। ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਦਾ ਬਚਨ ਪੜ੍ਹਿਆ ਹੈ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਭਗਤ ਧੰਨਾ ਸਾਹਿਬ ਦੀ ਰਸਨਾ ਤੋਂ ਧੰਨਾ ਜੀ ਦੀ ਰਸਨਾ ਤੋਂ ਭਗਤ ਸਾਹਿਬ ਦੀ ਰਸਨਾ ਤੋਂ ਇਹ ਬਚਨ ਨਿਕਲਿਆ। ਅਕਾਲ ਪੁਰਖ ਦਾ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਕਾਰਜ ਸੁਤੇ ਸਿੱਧ ਆਪਣੇ ਆਪ ਹੀ ਉਹ ਬਣ ਜਾਂਦੇ, ਸਿੱਧੇ ਹੋ ਜਾਂਦੇ, ਸੌਰ ਜਾਂਦੇ। ਇਹ ਐਸਾ ਪਰਮਾਤਮਾ ਦਾ ਨਾਮ ਹੈ। ਐਸੀ ਗੁਰਬਾਣੀ ਨੂੰ ਆਪ ਸੰਗਤਾਂ ਨੇ ਕੀਰਤਨ ਦੇ ਰੂਪ ਦੇ ਵਿੱਚ ਸੁਣਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਬਿਰਾਜੇ ਨੇ। ਮਹਾਰਾਜ ਜੀਆਂ ਨੇ ਸੰਗਤਾਂ ਸਿੱਖਾਂ ਨੂੰ ਦੱਸ ਦਿੱਤਾ, ਭਾਈ ਸਾਡੇ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ ਅਤੇ ਸਾਡੇ ਸੱਚਖੰਡ ਜਾਣ ਦੀ ਤਿਆਰੀ ਕਰੋ। ਆਪਣੀ ਚਿਖਾ ਤਿਆਰ ਕਰਨ ਵਾਸਤੇ 100 ਮਣ ਲੱਕੜ ਮਹਾਰਾਜ ਨੇ ਮੰਗਵਾਈ ਹੈ। ਐਸੇ ਤਰ੍ਹਾਂ ਘਿਓ ਸੁਗੰਧੀਦਾਰ ਵਸਤੂਆਂ ਮੰਗਾਈਆਂ ਗਈਆਂ। ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਵਾ ਕੇ
ਸਾਰੇ ਧਰਮਾਂ ਦੇ ਲੋਕ ਬੁਲਾ ਕੇ ਲੰਗਰ ਪ੍ਰਸ਼ਾਦਾ ਵੀ ਛਕਾ ਦਿੱਤਾ ਹੈ। ਅੰਮ੍ਰਿਤ ਵੇਲੇ ਮਹਾਰਾਜ ਸਾਹਿਬ ਜੀ ਇਸ ਵੇਲੇ ਧਿਆਨ ਵਿੱਚ ਬੈਠੇ ਨੇ ਤੇ ਬੇਅੰਤ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਪਈਆਂ। ਮਹਾਰਾਜ ਦੇ ਕੋਲੋਂ ਉਪਦੇਸ਼ ਲੈਂਦੀਆਂ ਪਈਆਂ ਸੰਗਤਾਂ, ਮਹਾਰਾਜ ਕਿਰਪਾ ਕਰੋ ਸਾਨੂੰ ਉਪਦੇਸ਼ ਬਖਸ਼ੋ। ਇਹ ਇਤਿਹਾਸ ਪ੍ਰਸੰਗ ਆਪਾਂ ਪਿੱਛੇ ਸਰਵਣ ਕਰ ਲਿਆ ਹੈ। ਅੱਗੇ ਜਿਵੇਂ ਸਤਿਗੁਰੂ ਕਿਰਪਾ ਕਰਦੇ ਉਹ ਬਚਨ ਆਪਾਂ ਅੱਜ ਸਰਵਣ ਕਰਾਂਗੇ। ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਆਨੰਦ ਕੋ ਉਦਤ ਅਪਾਰਾ, ਜੋ ਅਕਾਲ ਪੁਰਖ ਆਨੰਦ ਦਾ ਸਰੋਵਰ ਹੈ। ਕੱਲ ਆਪਾਂ ਬਚਨ ਸਰਵਣ ਕੀਤੇ ਸੀ, ਦੁਨੀਆ ਦੇ ਜਿੰਨੇ ਰਸ ਨੇ, ਜਿੰਨੇ ਸਵਾਦ ਨੇ, ਇਹ ਤੇ ਸਾਰੇ ਇੱਕ ਬੂੰਦ ਨੇ। ਪਰਮਾਤਮਾ ਸਮੁੰਦਰ ਹੈ ਆਨੰਦ ਦਾ। ਜੇ ਕੋਈ ਦੁਨੀਆ ਦਾ ਸਵਾਦ ਲੈ ਲੈਂਦਾ ਤੇ ਉਹ ਆਖਦਾ ਮੈਨੂੰ ਬੜਾ ਹੀ ਸਵਾਦ ਆਇਆ, ਖਾ ਕੇ, ਕੱਪੜਾ ਪਹਿਨ ਕੇ, ਵਕਾਰ ਭੋਗ ਕੇ, ਸਰੀਰਾਂ ਨੂੰ ਭੋਗ ਕੇ ਮੈਨੂੰ ਬੜਾ ਸਵਾਦ ਆਇਆ। ਜਿਹਨੂੰ ਦੁਨੀਆ ਬਹੁਤਾ ਸਵਾਦ ਕਹਿੰਦੀ ਹੈ ਤੇ ਇੱਕ ਬੂੰਦ ਹੀ ਹੈ। ਪਰਮਾਤਮਾ ਤੇ ਸਵਾਦ ਦਾ ਸਮੁੰਦਰ ਹੈ, ਰਸ ਦਾ। ਜਿਹਨੂੰ ਸਮੁੰਦਰ ਮਿਲ ਗਿਆ ਉਹਨੂੰ ਦੁਨੀਆ ਦੇ ਰਸ ਫਿਰ ਚੰਗੇ ਨਹੀਂ ਲੱਗਦੇ। ਤਾਂ ਹੀ ਆਖਿਆ ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਜਿਨ੍ਹਾਂ ਨੂੰ ਉਹ ਰਸ ਆ ਗਿਆ ਨਾ ਪਰਮੇਸ਼ਰ ਦੇ ਨਾਮ ਦਾ, ਉਹਨਾਂ ਨੂੰ ਫਿਰ ਇਹ ਦੁਨਿਆਵੀ ਰਸ ਜਿਹੜੇ ਨੇ ਉਹ ਪਾਉਂਦੇ ਨਹੀਂ ਹਨ। ਤਿਸ ਮੈਂ ਬ੍ਰਿਤ ਟਿਕੀ ਇੱਕ ਸਾਰਾ, ਉਸ ਬ੍ਰਹਮ ਦੇ ਵਿੱਚ ਸਤਿਗੁਰਾਂ ਦੀ ਬਿਰਤੀ ਟਿਕੀ ਹੋਈ, ਚੌਂਕੜਾ ਲਾ ਕੇ ਆ ਬੈਠੇ ਹੋਏ। ਉਹ ਜੋ ਬ੍ਰਹਮ ਸਰੂਪ ਹੈ ਪਰਮਾਤਮਾ ਨਿਰੰਕਾਰ, ਉਹਦੇ ਵਿੱਚ ਬਿਰਤੀ ਕਹੀਏ ਧਿਆਨ, ਮਹਾਰਾਜ ਟਿਕਾ ਕੇ ਬੈਠੇ ਹਨ। ਜੋ ਮਾਨਵ ਗਿਆਨ ਬਿਨਾਸੇ, ਗੁਰਮੁਖੋ ਜਿਹੜੇ ਮਨੁੱਖ ਨੇ ਸੰਸਾਰ ਦੇ, ਉਹ ਜੋ ਅਗਿਆਨ ਨੂੰ ਨਾਸ ਕਰ ਲੈਂਦੇ। ਗੁਰਮੁਖੋ ਅਗਿਆਨ ਸਾਰਿਆਂ ਦਾ ਨਾਸ ਨਹੀਂ ਹੁੰਦਾ। ਅਗਿਆਨ ਉਹਨਾਂ ਦਾ ਨਾਸ ਹੁੰਦਾ ਹੈ ਗਿਆਨ ਅੰਜਨ ਗੁਰ ਦੀਆ, ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦਾ ਸੁਰਮਾ ਦਿੱਤਾ। ਗਿਆਨ ਦਾ ਸੁਰਮਾ ਕੀ ਹੈ? ਮਹਾਰਾਜ ਨੇ ਦੱਸਿਆ ਇਹ ਕਾਰਜ ਪਾਪ ਹੈ, ਕਰੇਗਾ ਤੇ ਇਹ ਸਜ਼ਾ ਮਿਲੇਗੀ। ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਹਾਥ ਦੀਪ ਕੂਏ ਪਰੈ ਕਾਹੇ ਕੀ ਕੁਸਲਾਤ। ਹਾਥ ਦੀਪ ਕੂਏ ਪਰੈ, ਬਾਣੀ ਦਾ ਬਚਨ, ਹੱਥ ਵਿੱਚ ਦੀਵਾ ਫੜਿਆ, ਦੀਵੇ ਨੇ ਚਾਨਣ ਕੀਤਾ, ਬੰਦਾ ਫਿਰ ਵੀ ਟੋਏ ਵਿੱਚ ਡਿੱਗ ਪਵੇ ਤੇ ਫਿਰ ਭਲਾ ਤੇ ਨਾ ਹੋਇਆ, ਨੁਕਸਾਨ ਹੀ ਹੋਇਆ। ਗੁਰੂ ਪਾਤਸ਼ਾਹ ਸਾਨੂੰ ਗਿਆਨ ਦਿੰਦੇ ਨੇ, ਸੋਝੀ ਦਿੰਦੇ। ਗੁਰੂ ਕਿਹਾ ਸਿੱਖਾ ਇਹ ਕੰਮ ਤੋਂ ਬਚਣਾ, ਇਸ ਕੰਮ ਤੋਂ ਬਚਣਾ ਹੈ। ਜਬ ਤੇ ਸੁਧ ਹਮ ਧਰੀ ਬਚਨ ਗੁਰਦੈ ਹਮਾਰੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੁਦ ਲਿਖਿਆ, ਕਹਿਣ ਲੱਗੇ ਥੋੜੀ ਜਿਹੀ ਅਸੀਂ ਸੁਰਤ ਸਾਂਭੀ, 8-9 ਸਾਲ ਦੀ ਉਮਰਾਂ ਦੇ ਹੋਏ ਤੇ ਸਾਡੇ ਪਿਤਾ ਨੇ ਸਾਨੂੰ ਇਹ ਬਚਨ ਸਮਝਾਇਆ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਆਖਿਆ, ਕਹਿਣ ਲੱਗੇ ਵੀ ਜਿੰਨਾ ਤੱਕ ਤੁਹਾਡਾ ਸਰੀਰ ਹੈ ਨਾ, ਉਹਨਾਂ ਚਿਰ ਇਹ ਬਚਨ ਜਿਹੜੇ ਨੇ ਉਹ ਸਾਡੇ ਆਪਣੇ ਮਨ ਵਿੱਚ ਸਮਝ ਕੇ ਰੱਖਣੇ, ਯਾਦ ਰੱਖਣੇ, ਤਾਂ ਕਿ ਜ਼ਿੰਦਗੀ ਵਿੱਚ ਕਦੇ ਕਿਸੇ ਤਰ੍ਹਾਂ ਦਾ ਕੋਈ ਢੈਂਦੀ ਕਲਾ ਵਾਲਾ ਬਚਨ ਨਾ ਹੋਵੇ। ਸੋ ਜਬ ਤੇ ਸੁਧ ਹਮ ਧਰੀ, ਜਦੋਂ ਤੋਂ ਸੁਧ ਕਹੀਏ ਖਬਰ, ਜਬ ਤੇ ਸੁਧ ਹਮ ਧਰੀ, ਜਦੋਂ ਤੋਂ ਸਾਨੂੰ ਸਰੀਰ ਦੀ ਸੋਝੀ ਆਈ, ਉਦੋਂ ਸਾਡੇ ਪਿਤਾ ਸਤਿਗੁਰੂ ਨੇ ਇਹ ਸਾਨੂੰ ਬਚਨ ਸਮਝਾਇਆ। ਕਹਿਣ ਲੱਗੇ ਵੀ ਇਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਹੈ। ਬਚਨ ਹੈ ਗੁਰਬਾਣੀ ਦਾ। ਪਾਤਸ਼ਾਹ ਕਹਿੰਦੇ ਗਿਆਨ ਅੰਜਨ ਗੁਰ ਦੀਆ, ਸਤਿਗੁਰੂ ਗਿਆਨ ਦਿੰਦੇ ਤੇ ਅਗਿਆਨਤਾ ਨੂੰ ਮਹਾਰਾਜ ਨਾਸ ਕਰ ਦਿੰਦੇ। ਚੰਗੇ ਦੀ, ਮਾੜੇ ਦੀ, ਪਾਪ ਦੀ, ਪੁੰਨ ਦੀ, ਬੰਦਗੀ ਦੀ, ਪਾਪ ਦੀ ਮਹਾਰਾਜ ਸੋਝੀ ਦੇ ਦਿੰਦੇ ਤਾਂ ਕਿ ਇਹ ਸਿੱਖ ਚੰਗਾ ਕਰਮ ਕਰੇ। ਸੋ ਇਹ ਗੁਰੂ ਨੇ ਸਾਨੂੰ ਸਮਝਾਇਆ ਹੈ। ਮਹਾਰਾਜ ਕਹਿਣ ਲੱਗੇ ਭਾਈ ਇਸ ਤਰ੍ਹਾਂ ਜਿਨ੍ਹਾਂ ਨੇ ਆਪਣੇ ਅਗਿਆਨ ਨੂੰ ਨਾਸ ਕਰ ਲਿਆ ਹੈ, ਉਹ ਜਿਹੜੇ ਗੁਰਮੁਖ ਹਨ ਉਹਨਾਂ ਦੇ ਉੱਪਰ ਫਿਰ ਐਸੀ ਕਿਰਪਾ ਹੁੰਦੀ ਹੈ। ਤਿਸ ਮੈਂ ਪਾਏ ਕਿਰਪਾ ਸਮਝੈ ਗੁਰ ਆਸੇ। ਕਹਿਣ ਲੱਗੇ ਸੋ ਉਹ ਫਿਰ ਗੁਰੂ ਦੀ ਕਿਰਪਾ ਪਾ ਕੇ ਗੁਰੂ ਦਾ ਆਸ਼ਾ, ਗੁਰੂ ਦਾ ਸਿਧਾਂਤ ਉਹ ਸਮਝ ਲੈਂਦੇ ਵੀ ਗੁਰੂ ਦਾ ਸਿਧਾਂਤ ਕੀ ਹੈ। ਸਿਧਾਂਤ ਉਹਨੇ ਸਮਝਿਆ ਜਿਹਦੇ ਤੇ ਗੁਰੂ ਦੀ ਕਿਰਪਾ ਹੋਵੇ।
ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਰਤਾਰਪੁਰ ਦੀ ਧਰਤੀ ਤੇ ਬਿਰਾਜੇ। ਅੰਮ੍ਰਿਤ ਵੇਲੇ ਦਾ ਸਮਾਂ, ਬੜੀ ਠੰਡ ਹੈ, ਤੇ ਪਾਤਸ਼ਾਹ ਨੇ ਪੁੱਛਿਆ, ਕਹਿਣ ਲੱਗੇ ਸਿੱਖੋ ਦੱਸੋ ਰਾਤ ਕਿੰਨੀ ਬਤੀਤ ਹੋ ਗਈ ਹੈ। ਸਿੱਖਾਂ ਨੇ ਜਾ ਕੇ ਬਾਹਰ ਵੇਖਿਆ, ਕੋਈ ਆਖਦਾ ਜੀ ਅੱਧੀ ਰਾਤ ਹੋ ਗਈ ਹੈ, ਕੋਈ ਆਖਦਾ ਪੌਣੀ ਰਾਤ ਹੋ ਗਈ ਹੈ। ਪਾਤਸ਼ਾਹ ਕਹਿੰਦੇ ਨਹੀਂ, ਚੰਗੀ ਤਰ੍ਹਾਂ ਨਹੀਂ ਵੇਖਿਆ, ਦੁਬਾਰਾ ਵੇਖ ਕੇ ਆਓ। ਦੁਬਾਰਾ ਫਿਰ ਤਾਰਿਆਂ ਦਾ ਹਿਸਾਬ ਲਾ ਕੇ, ਚੰਦਰਮਾ ਦਾ ਹਿਸਾਬ ਲਾ ਕੇ ਵੀ ਇੰਨੀ ਕੁ ਰਾਤ ਬਤੀਤ ਹੋ ਗਈ ਹੈ। ਕੋਈ ਆਖਦਾ 2 ਪਹਿਰ ਰਾਤ ਲੰਘ ਗਈ ਹੈ, ਕੋਈ ਆਖਦਾ ਵੀ 1.5 ਪਹਿਰ ਰਾਤ ਲੰਘ ਗਈ। ਪਾਤਸ਼ਾਹ ਨੇ ਉਸ ਵੇਲੇ ਭਾਈ ਲਹਿਣਾ ਸਾਹਿਬ ਜੀ ਨੂੰ ਭੇਜਿਆ। ਕਹਿੰਦੇ ਭਾਈ ਲਹਿਣਾ ਜੀ ਤੁਸੀਂ ਵੇਖ ਕੇ ਆਓ ਵੀ ਰਾਤ ਕਿੰਨੀ ਬਤੀਤ ਹੋਈ ਹੈ। ਭਾਈ ਲਹਿਣਾ ਸਾਹਿਬ ਜੀ ਨੇ ਬਾਹਰ ਆ ਕੇ ਜਦੋਂ ਆਕਾਸ਼ ਦੇ ਵੱਲ ਵੇਖਿਆ, ਚੰਦਰਮਾ ਦਾ, ਤਾਰਿਆਂ ਦਾ ਅਨੁਮਾਨ ਲਾਇਆ ਵੀ ਰਾਤ ਤੇ ਵਾਕਿਆ ਹੀ 2 ਪਹਿਰ ਬਤੀਤ ਹੋਈ ਹੈ। ਮਹਾਰਾਜ ਕਿਉਂ ਕਹਿੰਦੇ ਨੇ ਵੀ ਜਾਓ ਰਾਤ ਵੇਖ ਕੇ ਆਓ। ਫਿਰ ਗੁਰੂ ਦੇ ਸਿਧਾਂਤ ਨੂੰ ਸਮਝ ਕੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ ਐ ਸੱਚੇ ਪਾਤਸ਼ਾਹ, ਰਾਤ ਉਨੀ ਬਤੀਤ ਹੋਈ ਹੈ ਜਿੰਨੀ ਤੁਸੀਂ ਹੁਕਮ ਦੇ ਵਿੱਚ ਬਤੀਤ ਕਰ ਲਈ ਹੈ, ਤੇ ਉਨੀ ਰਹਿ ਗਈ ਹੈ ਜਿੰਨੀ ਤੁਸੀਂ ਹੁਕਮ ਦੇ ਵਿੱਚ ਰੱਖ ਲਈ ਹੈ। ਇਹ ਬਚਨ ਸੁਣ ਕੇ ਫਿਰ ਮਹਾਰਾਜ ਬੜੇ ਖੁਸ਼ ਹੋਏ। ਇਹ ਹੈ ਗੁਰੂ ਦਾ ਸਿਧਾਂਤ, ਗੁਰੂ ਦਾ ਆਸ਼ਾ। ਸਾਰੇ ਨਹੀਂ ਸਮਝ ਸਕਦੇ ਵੀ ਰਮਜ ਕੀ ਹੈ, ਇਹ ਕੋਈ ਵਿਰਲਾ ਹੀ ਸਮਝਦਾ ਹੈ। ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇਹ ਇਹ ਜੁਗਤ ਪਛਾਨੀ। ਜਿਨ੍ਹਾਂ ਦੇ ਉੱਪਰ ਗੁਰੂ ਕਿਰਪਾ ਕਰੇ ਉਹ ਲੋਕ ਐਸੀ ਜੁਗਤੀ ਨੂੰ ਜਾਣਦੇ। ਆਮ ਸੰਸਾਰੀ ਵਿਕਾਰੀ ਬੰਦੇ ਦੇ ਵੱਸ ਦੀ ਗੱਲ ਥੋੜੀ ਹੈ। ਮੈਂ ਬੌਰੀ ਮੇਰਾ ਰਾਮ ਪਤਾਰ, ਅਸੀਂ ਤੇ ਬੌਰੇ ਝੱਲੇ ਹੋਏ ਨੇ, ਸਾਨੂੰ ਕਿੱਥੇ ਸਮਝ ਪੈਂਦੇ ਐਸੇ ਬਚਨ। ਪਰ ਜਿਨ੍ਹਾਂ ਦੇ ਕਿਰਪਾ ਹੋਏ ਉਹ ਗੁਰੂ ਦੇ ਆਸ਼ੇ ਨੂੰ, ਗੁਰੂ ਦੇ ਸਿਧਾਂਤ ਨੂੰ ਜਾਣਦੇ, ਫਿਰ ਉਹ ਆਗਿਆ ਦੇ ਵਿੱਚ ਰਹਿੰਦੇ, ਹੁਕਮ ਦੇ ਵਿੱਚ ਰਹਿ ਕੇ ਫਿਰ ਬਚਨ ਕਰਦੇ ਹਨ। ਬ੍ਰਿਤ ਸਤੂਲ ਤੇ ਲੀਨ ਹਟਾਏ। ਇਹ ਜਿਹੜੀ ਸਾਡੀ ਬਿਰਤੀ ਹੈ ਨਾ, ਸਾਡਾ ਧਿਆਨ, ਇਹ ਸਥੂਲ ਹੈ। ਸਥੂਲ ਕਹੀਏ ਵੱਡਾ, ਸਾਨੂੰ ਵੱਡੀਆਂ ਵੱਡੀਆਂ ਚੀਜ਼ਾਂ ਝੱਟ ਹੀ ਦਿਖਾਈ ਦੇਣ ਲੱਗ ਪੈਂਦੀਆਂ। ਵੱਡੀਆਂ ਚੀਜ਼ਾਂ ਨੂੰ ਫੜਨਾ, ਵੱਡੇ ਵੱਡੇ ਕੰਮ ਕਰਨੇ, ਵੱਡੀਆਂ ਵੱਡੀਆਂ ਵਸਤੂਆਂ ਇਕੱਠੀਆਂ ਕਰ ਲੈਣੀਆਂ। ਸਾਡਾ ਧਿਆਨ ਇਸ ਪਾਸੇ ਹੈ। ਗੁਰਮੁਖ ਇਹਦੇ ਵੱਲੋਂ ਧਿਆਨ ਆਪਣਾ ਮੋੜ ਲੈਂਦੇ। ਇਹਨਾਂ ਵੱਡੀਆਂ ਚੀਜ਼ਾਂ ਵੱਲੋਂ ਧਿਆਨ ਹਟਾ ਕੇ ਆਪਣੀ ਬਿਰਤੀ ਨੂੰ ਸੂਖਸ਼ਮ ਕਰ ਲੈਂਦੇ, ਬੜਾ ਬਰੀਕ ਕਰ ਲੈਂਦੇ, ਜਿਨ੍ਹਾਂ ਨੇ ਐਸੀ ਬਿਰਤੀ ਬਣਾ ਲਈ ਹੈ। ਸੂਖਮ ਕੇ ਵਿਚਾਰ ਮਨ ਲਾਏ। ਉਹਨਾਂ ਦਾ ਮਨ ਫਿਰ ਸੂਖਮ ਦੇ ਵਿਚਾਰ ਵਿੱਚ ਲੱਗ ਜਾਂਦਾ ਹੈ। ਇੰਨੀ ਬਿਰਤੀ ਸੂਖਮ ਕਰ ਲੈਂਦੇ, ਫਿਰ ਉਹਨਾਂ ਨੂੰ ਜਰੇ ਜਰੇ ਵਿੱਚ, ਕਣ ਕਣ ਵਿੱਚ। ਆਪਾਂ ਨੂੰ ਕਣ ਦੇ ਵਿੱਚ ਰੱਬ ਦਿਸਦਾ ਨਹੀਂ? ਦਿਸਦਾ। ਸਾਨੂੰ ਤੇ ਵੱਡੇ ਤੋਂ ਵੱਡਾ ਕੋਈ ਜੀਵ ਆ ਜਾਵੇ, ਸਾਨੂੰ ਤੇ ਉਹਦੇ ਵਿੱਚ ਵੀ ਨਹੀਂ ਦਿਸਦਾ। ਗੁਰਮੁਖਾਂ ਦੀ ਬਿਰਤੀ ਇੰਨੀ ਸੂਖਸ਼ਮ ਹੋ ਜਾਂਦੀ ਹੈ, ਬਰੀਕ ਹੋ ਜਾਂਦੀ ਹੈ, ਉਹ ਨਿੱਕੇ ਜਿਹੇ ਕਣ ਵਿੱਚ ਵੀ ਰੱਬ ਨੂੰ ਵੇਖ ਲੈਂਦੇ। ਘਟ ਘਟ ਮੈਂ ਹਰਜੂ ਬਸੈ। ਹਰਨਾਕਸ਼ ਖਲੋਤਾ ਤਲਵਾਰ ਲੈ ਕੇ, ਰੱਬ ਨਹੀਂ ਦਿਸਿਆ, ਪਰ ਜਿਸ ਦੀ ਬਿਰਤੀ ਬੜੀ ਸੂਖਸ਼ਮ ਹੋ ਗਈ ਨਾ ਸੰਸਾਰ ਵੱਲੋਂ, ਵਕਾਰਾਂ ਵੱਲੋਂ, ਉਹ ਹੈ ਭਗਤ ਪ੍ਰਹਿਲਾਦ। ਪੁੱਛਿਆ ਕਿੱਥੇ ਹੈ ਤੇਰਾ ਰੱਖਣ ਵਾਲਾ? ਕਹਿੰਦਾ ਜੀ ਕਣ ਕਣ ਵਿੱਚ ਹੈ, ਕੋਈ ਇਹੋ ਜਿਹੀ ਜਗ੍ਹਾ ਹੈ ਹੀ ਨਹੀਂ ਵੀ ਜਿੱਥੇ ਉਹ ਨਾ ਹੋਵੇ। ਐਸੀ ਕਿਰਪਾ ਹੁੰਦੀ ਹੈ। ਸੋ ਇਹ ਬਚਨ ਜਿਨ੍ਹਾਂ ਨੇ ਬਿਰਤੀ ਨੂੰ ਰੋਕਿਆ, ਭਗਤ ਬੇਣੀ ਜੀ ਹੋਏ। ਕਹਿਣ ਲੱਗੇ, ਘਰ ਦੇ ਵਿੱਚ ਇਹ ਗੱਲ ਕਹਿੰਦੇ, ਮੈਂ ਰਾਜੇ ਦੀ ਨੌਕਰੀ ਕਰਦਾ। ਭਗਤ ਬੇਣੀ ਜੀਆਂ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ। ਘਰ ਦੇ ਵਿੱਚ ਬੜੀ ਗਰੀਬੀ ਹੈ। ਘਰ ਵਾਲੀ ਨੇ ਕਹਿਣਾ ਵੀ ਲਿਆਓ ਸੌਦਾ ਪੱਤਾ, ਕੋਈ ਬਾਹਰੋਂ ਪ੍ਰਸ਼ਾਦਾ ਭੋਜਨ। ਕਹਿਣ ਲੱਗੇ ਰਾਜੇ ਦੀ ਨੌਕਰੀ ਕਰਦਾ, ਜਦੋਂ ਰਾਜਾ ਖੁਸ਼ ਹੋਵੇਗਾ ਆਪੇ ਦੇਵੇਗਾ। ਇੰਨੀ ਗੱਲ ਕਹਿ ਕੇ ਤੇ ਆ ਬਾਹਰ ਆ ਕੇ ਚੌਂਕੜਾ ਲਾ ਲੈਣਾ, ਬੰਦਗੀ ਕਰਦੇ ਰਹਿਣਾ। ਸਮਾਂ ਬਤੀਤ ਹੋਇਆ, ਬੇਣੀ ਜੀਆਂ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ। ਜਦੋਂ ਪੁੱਤਰ ਪੈਦਾ ਹੋਇਆ ਤੇ ਘਰ ਵਾਲੀ ਨੇ ਫਿਰ ਆਖਿਆ ਵੀ ਲਿਆਓ ਕੋਈ ਬਾਹਰੋਂ ਆਨਾ ਅਨਾਜ, ਵੀ ਘਰ ਵਿੱਚ ਕੋਈ ਮਹਿਮਾਨ ਆ ਜਾਂਦਾ, ਕਿਸੇ ਨੂੰ ਕੋਈ ਭੋਜਨ ਪ੍ਰਸ਼ਾਦਾ ਹੀ ਛਕਾਵਾਂਗੇ। ਕਹਿਣ ਲੱਗਾ ਮੈਂ ਰਾਜੇ ਦੇ ਦਰਬਾਰ ਵਿੱਚ ਕਥਾ ਕਰਦਾ ਹਾਂ, ਤੇ ਜਦੋਂ ਕਥਾ ਪੂਰੀ ਹੋਵੇਗੀ ਨਾ, ਰਾਜਾ ਫਿਰ ਮੈਨੂੰ ਬੜੇ ਇਨਾਮ ਦੇਵੇਗਾ। ਇੰਨੀ ਗੱਲ ਕਹਿ ਕੇ ਆਪ ਫਿਰ ਜਾ ਕੇ ਚੌਂਕੜਾ ਲਾ ਕੇ ਪਰਮਾਤਮਾ ਦੀ ਬੰਦਗੀ ਵਿੱਚ ਬੈਠ ਗਏ। ਪਰਮਾਤਮਾ ਨੂੰ ਖੁਦ ਰਾਜੇ ਦਾ ਰੂਪ ਬਣਾ ਕੇ ਤੇ ਗੱਡੇ ਭਰ ਕੇ ਸਮਾਨ ਦੇ ਲੈ ਕੇ ਬੇਣੀ ਜੀਆਂ ਦੇ ਘਰ ਵਿੱਚ ਆ ਕੇ ਆਖਿਆ, ਕਹਿਣ ਲੱਗੇ ਬੇਣੀ ਜੀ ਸਾਡੇ ਦਰਬਾਰ ਵਿੱਚ ਕਥਾ ਕਰਦੇ, ਅਜੇ ਕਥਾ ਦਾ ਮਾਧੀ ਲੱਗਾ, ਆਹ ਸਮੱਗਰੀਆਂ ਅਸੀਂ ਦੇ ਚੱਲੇ, ਰਦੀਆਂ ਸਿੱਧੀਆਂ ਬੇਅੰਤ ਭੰਡਾਰੇ ਦੇ ਦਿੱਤੇ, ਆਹ ਅਸੀਂ ਵਸਤੂਆਂ ਦੇ ਚੱਲੇ ਆ, ਜਦੋਂ ਭੋਗ ਪਏਗਾ ਫਿਰ ਹੋਰ ਵੀ ਵਸਤੂਆਂ ਦੇਵਾਂਗੇ। ਇੰਨਾ ਬਚਨ ਕਹਿ ਕੇ ਜਿੱਥੇ ਭਗਤ ਬੇਣੀ ਜੀ ਬੈਠੇ ਹੋਏ, ਭਗਵਾਨ ਜੀ ਫਿਰ ਉੱਥੇ ਚਲੇ ਗਏ। ਭਗਤ ਜੀਆਂ ਨੂੰ ਪੱਤੇ ਪੱਤੇ ਵਿੱਚੋਂ, ਕਣ ਕਣ ਦੇ ਵਿੱਚੋਂ ਫਿਰ ਉਸ ਵੇਲੇ ਅਕਾਲ ਪੁਰਖ ਦੇ ਦਰਸ਼ਨ ਹੋਏ। ਐਸੀ ਕਿਰਪਾ ਉਹਨਾਂ ਤੇ ਹੋਈ।
ਹਰੇਕ ਥਾਂ ਤੋਂ ਉਹਨਾਂ ਨੇ ਰੱਬ ਨੂੰ ਵੇਖ ਲਿਆ। ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਪ੍ਰਮਾਤਮਾ ਨਾ ਦਿਸਿਆ ਹੋਵੇ। ਐਸੇ ਗੁਰਮੁਖ ਭਗਤ ਨੇ ਭਗਤ ਬੇਣੀ ਜੀ, ਜਿਨ੍ਹਾਂ ਨੇ ਕਣ ਕਣ ਵਿੱਚੋਂ ਵੇਖਿਆ। ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਸੂਖਸ਼ਮ ਕਰ ਲਿਆ, ਉਹ ਫਿਰ ਕਣ ਕਣ ਵਿੱਚੋਂ ਸਾਰੇ ਥਾਵਾਂ ਤੋਂ ਪਰਮਾਤਮਾ ਨੂੰ ਵੇਖ ਲੈਂਦੇ, ਜਿਨ੍ਹਾਂ ਨੇ ਮਨ ਲਾਇਆ ਹੈ। ਰਜੂ ਸਰਪ ਜਗਤ ਕੋ ਜਾਣਾ, ਉਹ ਜਾਣ ਲੈਂਦੇ ਨੇ ਇਹ ਜਿਹੜਾ ਸੰਸਾਰ ਹੈ ਇਹ ਇਸ ਤਰ੍ਹਾਂ ਹੈ ਜਿਵੇਂ ਹਨੇਰੇ ਵਿੱਚ ਗੁਰਮੁਖੋ ਰੱਸੀ ਪਈ ਹੋਵੇ, ਵਲ ਪਾ ਕੇ ਰੱਸੀ ਰੱਖੀ ਹੋਵੇ ਤੇ ਭੁਲੇਖਾ ਪੈਂਦਾ ਵੀ ਸੱਪ ਬੈਠਾ ਹੈ। ਪਰ ਜੇ ਕੋਈ ਸਿਆਣਾ ਬੰਦਾ ਦੀਵਾ ਜਗਾ ਕੇ ਲਿਆਵੇ ਤੇ ਸੋਟੀ ਨਾਲ ਟੋਹ ਕੇ ਵੇਖੇ ਤੇ ਪਤਾ ਲੱਗ ਜਾਂਦਾ ਸੱਪ ਨਹੀਂ, ਇਹ ਤੇ ਰੱਸੀ ਪਈ ਹੈ। ਪਰ ਜਿੰਨਾ ਚਿਰ ਵੇਖਿਆ ਨਹੀਂ ਉਹਨਾਂ ਚਿਰ ਰੱਸੀ ਬਿਲਕੁਲ ਅਸਲੀ ਸੱਪ ਹੀ ਜਾਪਦੀ ਹੈ। ਇਹ ਹੈ ਭਰਮ। ਸੋ ਬਚਨ ਆ ਗਿਆ, ਕਹਿਣ ਲੱਗੇ ਵੀ ਸੰਸਾਰੀ ਲੋਕ ਤੇ ਜਗਤ ਨੂੰ ਇਸ ਤਰ੍ਹਾਂ ਸੱਚਾ ਸਮਝਦੇ ਜਿਵੇਂ ਰੱਸੀ ਨੂੰ ਸੱਚਾ ਸੱਪ ਸਮਝਿਆ ਗਿਆ। ਪਰ ਜਿਹੜੇ ਗੁਰਮੁਖ ਨੇ ਉਹ ਜਾਣਦੇ ਵੀ ਨਹੀਂ ਸੰਸਾਰ ਤੇ ਝੂਠਾ ਹੈ। ਕਿਵੇਂ ਝੂਠਾ ਹੈ? ਜਿਵੇਂ ਇਹ ਸੱਪ ਨਹੀਂ ਹੈ, ਇਹ ਰੱਸੀ ਹੈ। ਮਹਾਰਾਜ ਕਹਿਣ ਲੱਗੇ ਮਾਧਵੇ ਕਿਆ ਕਹੀਐ ਭ੍ਰਮ ਕੈਸਾ ਜੈਸਾ ਮਾਨੀਐ ਹੋਏ ਨਾ ਤੈਸਾ। ਇਹ ਗੁਰਬਾਣੀ ਦਾ ਬਚਨ ਹੈ। ਕਹਿਣ ਲੱਗੇ ਮਾਇਆ ਦੇ ਪਤੀ ਪਰਮਾਤਮਾ ਕੀ ਕਹੀਏ, ਇਹ ਤੇ ਇੱਕ ਭਰਮ ਹੈ। ਭਰਮ ਕੀ ਹੈ? ਰੱਸੀ ਪਈ ਹੈ ਤੇ ਸੱਪ ਜਾਪਦੀ ਪਈ ਹੈ, ਇਹ ਭਰਮ ਹੈ। ਜੈਸਾ ਮਾਨੀਐ ਜਿਹੋ ਜਿਹਾ ਮੰਨਦੇ ਪਏ, ਜਿਹੋ ਜਿਹਾ ਵੇਖਦੇ ਪਏ, ਹੋਏ ਨਾ ਤੈਸਾ ਉਵੇਂ ਦਾ ਹੋਵੇ ਨਾ, ਉਹਨੂੰ ਭਰਮ ਆਖਿਆ ਹੈ। ਇਹ ਭਰਮ ਦੀ ਪਰਿਭਾਸ਼ਾ ਹੈ ਗੁਰਬਾਣੀ ਦੇ ਅੰਦਰ। ਭਰਮ ਕਿਹਨੂੰ ਕਹਿੰਦੇ? ਭਰਮ ਉਹ ਹੈ ਜੋ ਅਸੀਂ ਸੋਚਿਆ, ਜੋ ਅਸੀਂ ਵੇਖਿਆ ਉਹ ਹੋਵੇ ਨਾ, ਕੁਝ ਹੋਰ ਹੋਵੇ, ਕਹਿੰਦੇ ਇਹ ਭਰਮ ਗਿਆ ਹੈ। ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ, ਮਾਧਵੇ ਕਿਆ ਕਹੀਐ ਭ੍ਰਮ ਕੈਸਾ ਜੈਸਾ ਮਾਨੀਐ ਹੋਏ ਨਾ ਤੈਸਾ। ਤੇ ਇਹ ਬਚਨ ਉਹਨਾਂ ਨੇ ਗੁਰਬਾਣੀ ਵਿੱਚ ਸਾਨੂੰ ਬਖਸ਼ਿਸ਼ ਕੀਤੇ। ਪਾਤਸ਼ਾਹ ਕਹਿਣ ਲੱਗੇ ਭਾਈ ਜਿਨ੍ਹਾਂ ਨੇ ਇਹ ਜਾਣ ਲਿਆ ਵੀ ਨਹੀਂ ਇਹ ਰੱਸੀ ਹੈ ਸੱਪ ਨਹੀਂ, ਉਹਨਾਂ ਦਾ ਭਰਮ ਆਪੇ ਹੀ ਖਤਮ ਹੋ ਗਿਆ। ਨਹੀਂ ਤੇ ਸਾਰਾ ਸੰਸਾਰ ਭਰਮ ਦੇ ਵਿੱਚ ਪਿਆ ਹੈ। ਗੁਰਬਾਣੀ ਦਾ ਬਚਨ ਹੈ ਭਰਮੇ ਸੁਰ ਨਾਰ ਦੇਵੀ ਦੇਵਾ, ਭਰਮ ਹੈ ਸਿੱਧ ਸਾਧਕ ਬ੍ਰਹਮੇਵਾ। ਭਰਮ ਭਰਮ ਮਾਨੁਖ ਡਹਿਕਾਏ ਦੁਤਰ ਮਹਾ ਬੇਖਮ ਇਹ ਮਾਏ। ਇਹ ਮਾਇਆ ਤਰਨੀ, ਇਹ ਸੰਸਾਰ ਤਰਨਾ ਬੜਾ ਔਖਾ ਹੈ। ਇੱਥੇ ਤੇ ਵੱਡੇ ਵੱਡੇ ਦੇਵਤੇ ਭਰਮ ਦੇ ਵਿੱਚ ਬੈਠੇ ਹੋਏ। ਪਾਤਸ਼ਾਹ ਕਹਿਣ ਲੱਗੇ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ। ਇਹ ਉਹਨਾਂ ਨੇ ਬਚਨ ਕਰਕੇ ਸਾਨੂੰ ਸਮਝਾਇਆ ਪਾਣੀ ਦੇ ਵਿੱਚ ਉਹ ਪਾਣੀ ਰੂਪ ਹੈ। ਇਸ ਤਰ੍ਹਾਂ ਪ੍ਰਮਾਤਮਾ ਨੂੰ ਜਾਣਦੇ ਹਨ। ਸਤ ਸਰੂਪ ਆਪਣੋ ਮਾਨਾ। ਤੇ ਪਾਤਸ਼ਾਹ ਕਹਿਣ ਲੱਗੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ। ਅਛਤ ਰਾਤ ਬਿਸ਼ਰਤ ਦੁਖ ਪਾਇਆ ਸੋ ਗਤ ਭਈ ਹਮਾਰੀ। ਤੇ ਅੱਗੇ ਬਚਨ ਕਰਦੇ ਰਾਜ ਭੁਯੰਗ ਪ੍ਰਸੰਗ ਜੈਸੇ ਹੈ ਆਬ ਕਛ ਮਰਮ ਜਨਾਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨਾ ਆਇਆ। ਕਹਿਣ ਲੱਗੇ ਜਿਵੇਂ ਕੜਾ ਹੈ ਨਾ ਗੁਰਮੁਖ, ਕੜਾ ਹੋਵੇ ਸੋਨੇ ਦਾ, ਅਸੀਂ ਕੀ ਕਵਾਂਗੇ? ਅਸੀਂ ਕਹਿਣਾ ਸੋਨੇ ਦਾ ਕੜਾ। ਸੁਨਿਆਰੇ ਕੋ ਲੈ ਜਾਓ, ਉਹਨੇ ਇਹ ਨਹੀਂ ਕਹਿਣਾ ਵੀ ਕੜਾ ਹੈ, ਉਹਨੇ ਉਹਨੂੰ ਪਰਖਣਾ ਵੀ ਇਹ ਸੋਨਾ ਕਿੰਨਾ ਤੇ ਪਿੱਤਲ ਕਿੰਨਾ ਹੈ। ਸੁਨਿਆਰੇ ਦੀ ਅੱਖ ਵਿੱਚ ਕੇਵਲ ਉਹ ਸੋਨਾ ਹੈ, ਸਾਡੀ ਅੱਖ ਦੇ ਵਿੱਚ ਉਹ ਇੱਕ ਗਹਿਣਾ ਹੈ ਵੀ ਇਹ ਕੜਾ ਹੈ ਜਾਂ ਮੁੰਦਰੀ ਹੈ ਜਾਂ ਛਾਪ ਛੱਲਾ ਹੈ। ਐਸੇ ਤਰ੍ਹਾਂ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਨੂੰ ਸੰਸਾਰ ਵੱਖਰਾ ਵੱਖਰਾ ਦਿਸਦਾ ਹੈ। ਜਿਵੇਂ ਸਾਨੂੰ ਕੜਾ ਵੱਖਰਾ ਦਿਸਿਆ, ਮੁੰਦਰੀ ਵੱਖਰੀ ਦਿਸੀ ਹੈ, ਕੋਈ ਕਾਂਟੇ ਪਾ ਲੈਂਦਾ, ਕੋਈ ਵਾਲੀਆਂ ਪਾ ਲੈਂਦਾ। ਸਾਡੇ ਵਾਸਤੇ ਉਹ ਗਹਿਣੇ ਵੱਖਰੇ ਵੱਖਰੇ ਨੇ। ਸੁਨਿਆਰੇ ਵਾਸਤੇ ਨਾ ਉਹ ਕਾਂਟੇ ਨੇ, ਨਾ ਉਹ ਮੁੰਦਰੀ ਹੈ, ਨਾ ਉਹ ਕੜਾ ਹੈ, ਉਹਦੇ ਵਾਸਤੇ ਕੇਵਲ ਸੋਨਾ ਹੀ ਹੈ। ਐਸੇ ਤਰ੍ਹਾਂ ਸੰਸਾਰੀ ਲੋਕਾਂ ਵਾਸਤੇ ਇਹ ਦੁਨੀਆ ਵੱਖਰੀ ਵੱਖਰੀ ਹੈ, ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਵਾਸਤੇ ਕੇਵਲ ਬ੍ਰਹਮ ਹੀ ਬ੍ਰਹਮ ਹੈ, ਇਹਦੇ ਬਿਨਾਂ ਕੋਈ ਦੂਜੀ ਚੀਜ਼ ਨਹੀਂ ਹੈ। ਇਸ ਤਰ੍ਹਾਂ ਉਹ ਗੁਰਮੁਖ ਆਪਣੇ ਮਨ ਦੇ ਵਿੱਚੋਂ ਭਰਮ ਦੂਰ ਕਰ ਲੈਂਦੇ ਹਨ। ਸਤ ਸਰੂਪ ਆਪਣੋ ਮਾਨਾ। ਤੇ ਸਤ ਸਰੂਪ ਸਤ ਕੀ ਹੈ? ਸਦਾ ਰਹਿਣ ਵਾਲਾ। ਗੁਰਮੁਖੋ ਇਹ ਜਿਹੜੀ ਵਿਚਾਰ ਆਪਾਂ ਸਰਵਣ ਕਰਦੇ ਪਏ ਹਨ ਇਹ ਅਧਿਆਤਮ ਦੀ ਵਿਚਾਰ ਹੈ। ਇਸ ਨੂੰ ਅਧਿਆਤਮ ਕਹਿੰਦੇ ਨੇ। ਇਹ ਮਨ ਦੀ ਵਿਚਾਰ ਹੁੰਦੀ ਹੈ। ਇਸ ਨੂੰ ਸਮਝਣ ਵਾਸਤੇ ਪੂਰਾ ਚਿੱਤ ਟਿਕਾਉਣਾ ਪੈਂਦਾ ਹੈ, ਫਿਰ ਜਾ ਕੇ ਬਚਨ ਸਮਝ ਪੈਂਦੇ। ਸਾਡੇ ਮਨਾਂ ਦੇ ਸਵਾਲ ਇਹਦੇ ਵਿੱਚੋਂ ਨਿਕਲਦੇ। ਇਹ ਐਸੇ ਤਰ੍ਹਾਂ ਇਹ ਵਿਚਾਰ ਹੈ ਸਮਝਣ ਵਾਸਤੇ। ਪਰ ਅੱਜ ਕੱਲ੍ਹ ਸਮਾਂ ਐਸਾ ਹੈ ਨਾ ਕੋਈ ਐਸੇ ਬਚਨ ਸੁਣਾਉਣ ਦਾ ਯਤਨ ਕਰਦਾ, ਨਾ ਕੋਈ ਸੁਣਨ ਦਾ ਯਤਨ ਕਰਦਾ ਹੈ।
ਹਰੇਕ ਬੰਦਾ ਕਹਿੰਦਾ ਉੱਪਰੋਂ ਉੱਪਰੋਂ ਲੰਘ ਚੱਲੀਏ ਤੇ ਅੱਗੇ ਕੰਮ ਨਿਬੇੜੀਏ। ਸੁਣਨ ਵਾਲਾ ਵੀ ਆਖਦਾ ਵੀ ਕੰਨ ਰਸ ਬਣਿਆ ਰਵੇ, ਕੋਈ ਸਟੋਰੀ ਸੁਣਾ ਦਿਓ, ਸਾਖੀ ਸੁਣਾ ਦਿਓ ਤੇ ਕਹਾਣੀ ਖਤਮ ਹੋ ਜਾਵੇ। ਪਰ ਇਹ ਵੀ ਬਚਨ ਜ਼ਰੂਰੀ ਨੇ ਸਾਡੇ ਸਮਝਣ ਵਾਸਤੇ। ਸੋ ਕਹਿੰਦੇ ਬਚਨ ਇਹ ਹੈ, ਇਸ ਤਰ੍ਹਾਂ ਉਹ ਫਿਰ ਗੁਰਮੁਖ ਆਪਣੇ ਸਰੂਪ ਨੂੰ ਸੱਚ ਜਾਣ ਲੈਂਦੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਵੀ ਮੈਂ ਤੇ ਉਹਦਾ ਸਰੂਪ ਆ ਜਿਹੜਾ ਸਦਾ ਰਹਿੰਦਾ ਹੈ, ਉਸ ਨੂੰ ਸਤ ਆਖਿਆ ਹੈ। ਬਾਲਕ ਤਰਨ ਬ੍ਰਿਧ ਨਹਿ ਜੋ ਹੋਬਾ। ਤੇ ਗੁਰਮੁਖੋ ਜਿਹੜਾ ਪਰਮਾਤਮਾ ਹੈ ਉਹ ਕਦੇ ਬੱਚਾ ਰੂਪ ਨਹੀਂ ਹੈ। ਪਰਮਾਤਮਾ ਕਦੇ ਜਵਾਨ ਨਹੀਂ, ਪਰਮਾਤਮਾ ਕਦੇ ਬੁੱਢਾ ਨਹੀਂ। ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹਨਾਂ ਦੀ ਬਿਰਤੀ ਵੀ ਅੰਦਰੋਂ ਐਸੇ ਤਰ੍ਹਾਂ ਦੀ ਹੋ ਜਾਂਦੀ। ਆਪਾਂ ਬਚਨ ਨਹੀਂ ਪੜ੍ਹਦੇ, ਗੁਰਮੁਖ ਬੁੱਢੇ ਕਦੇ ਨਹੀਂ। ਕਿਉਂ ਨਹੀਂ? ਕਿਉਂਕਿ ਜਿਨ੍ਹਾਂ ਅੰਦਰ ਸੁਰਤ ਗਿਆਨ, ਜਿਨ੍ਹਾਂ ਦੀ ਸੁਰਤੀ ਗਿਆਨ ਵਿੱਚ ਲੱਗ ਗਈ ਨਾ, ਉਹ ਪਰਮਾਤਮਾ ਦਾ ਰੂਪ ਹੋ ਗਏ। ਤੇ ਪਰਮਾਤਮਾ ਕਦੇ ਬੁੱਢਾ ਹੀ ਨਹੀਂ ਹੁੰਦਾ। ਉਹਨਾਂ ਦੀ ਬਿਰਤੀ ਪਰਮਾਤਮਾ ਨਾਲ ਜੁੜੀ ਹੈ, ਉਹ ਫਿਰ ਅੰਦਰੋਂ ਹਮੇਸ਼ਾ ਜਵਾਨ ਹੀ ਰਹਿੰਦੇ। ਸੰਸਾਰੀ ਤੌਰ ਤੇ ਲੱਗਦਾ ਵੀ ਇਹਨਾਂ ਦਾ ਸਰੀਰ ਬੁੱਢਾ ਹੋ ਗਿਆ, ਪਰ ਅੰਦਰੋਂ ਉਹ ਜਵਾਨ ਨੇ। ਐਸੀ ਅਵਸਥਾ ਉਹਨਾਂ ਦੀ। ਪਾਤਸ਼ਾਹ ਕਹਿਣ ਲੱਗੇ, ਨਾ ਪਰਮਾਤਮਾ ਬੁੱਢਾ ਹੁੰਦਾ ਨਾ ਉਹਦੇ ਪਿਆਰੇ। ਤੇ ਬਚਨ ਗੁਰਬਾਣੀ ਦਾ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ ਅੰਦਰ ਸੁਰਤ ਗਿਆਨ, ਐਸੀ ਦਾਤ ਨੂੰ ਪਾਉਂਦੇ ਹਨ। ਜਨਮੈ ਨਹੀਂ ਮਰਨ ਨਹਿ ਜੋਬਾ। ਨਾ ਹੀ ਉਹ ਪਰਮਾਤਮਾ ਜੰਮਦਾ, ਪਰਮਾਤਮਾ ਦਾ ਜਨਮ ਨਹੀਂ ਹੁੰਦਾ। ਜਿਹਦਾ ਜਨਮ ਨਹੀਂ ਹੋਇਆ ਉਹਦੀ ਮੌਤ ਵੀ ਨਹੀਂ ਹੋਣੀ ਹੈ। ਸੰਸਾਰ ਦੇ ਵਿੱਚ ਰਾਜੇ ਹੋਏ, ਰਾਵਣ ਹੋਇਆ, ਹਰਨਾਕਸ਼ ਹੋਇਆ, ਬੜੇ ਬੜੇ ਹੋਰ ਤਾਪ ਕਰਨ ਵਾਲੇ ਰਾਜੇ ਹੋਏ, ਮੈਖਾਸੁਰ ਵਰਗੇ ਹੋਏ ਰਾਜੇ, ਰਖਤ ਬੀਜ ਵਰਗੇ ਹੋਏ ਰਾਜੇ। ਐਸੇ ਤਰ੍ਹਾਂ ਉਹਨਾਂ ਨੇ ਕੀ ਮੰਗਿਆ? ਸ਼ੁੰਭ ਤੇ ਨਿਸ਼ੁੰਭ ਵਰਗੇ ਹੋਏ। ਕੀ ਮੰਗਦੇ ਪਏ? ਕਹਿੰਦੇ ਮੌਤ ਨਾ ਆਵੇ, ਮਰੀਏ ਨਾ। ਇਹ ਹੈ ਅਗਿਆਨਤਾ, ਇਹ ਹੈ ਮਨਮੁਖਤਾਈ। ਬਚਨ ਇਹ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਨੂੰ ਗੁਰਮੁਖਤਾਈ ਸਮਝਾਈ ਹੈ। ਗੁਰਬਾਣੀ ਵਿੱਚ ਕਹਿੰਦੇ, ਜੋ ਉਪਜਿਓ ਸੋ ਬਿਨਸ ਹੈ। ਇਹ ਗੁਰਮਤ ਹੈ ਭਾਈ। ਜਿਹਨੂੰ ਜਨਮ ਮਿਲ ਗਿਆ ਨਾ ਦੁਨੀਆ ਤੇ, ਉਹਨੇ ਮਰਨਾ ਵੀ ਹੈ, ਭਾਵੇਂ ਕੋਈ ਜਿੰਨਾ ਮਰਜ਼ੀ ਯਤਨ ਕਰ ਲਵੇ। ਕਿ ਰਾਵਣ ਨੇ ਯਤਨ ਕੀਤਾ ਤੇ ਬਚਿਆ? ਹਰਨਾਕਸ਼ ਨੇ ਕੀਤਾ ਤੇ ਕਿਤੇ ਬਚਿਆ? ਸੁੰਭ ਤੇ ਨਸੁੰਭ ਕਿਤੇ ਬਚੇ? ਮਾਰੀ ਗਏ ਨਾ। ਰਕਤ ਬੀਜ ਨੇ ਆਖਿਆ ਸੀ, ਜਿੰਨੀਆਂ ਬੂੰਦਾਂ ਮੇਰੀਆਂ ਥੱਲੇ ਧਰਤੀ ਤੇ ਡਿੱਗਣ ਖੂਨ ਦੀਆਂ, ਮੇਰੇ ਉਨੇ ਹੀ ਰੂਪ ਬਣ ਜਾਣ, ਮੈਨੂੰ ਕੋਈ ਮਾਰ ਹੀ ਨਾ ਸਕੇ। ਤੇ ਦੁਨੀਆ ਤੇ ਰਕਤ ਬੀਜ ਵੀ ਨਹੀਂ ਰਿਹਾ। ਜਿਹਦੀ ਰੱਤ ਤੋਂ ਅੱਗੇ ਬੀਜ ਪੈਦਾ ਹੁੰਦਾ ਸੀ, ਉਹਦਾ ਨਾਮ ਹੀ ਰੱਖ ਦਿੱਤਾ ਦੁਨੀਆ ਨੇ ਰਕਤ ਬੀਜ। ਰੱਤ ਦੀਆਂ ਖੂਨ ਦੀਆਂ ਬੂੰਦਾਂ ਤੋਂ ਪੈਦਾ ਹੋਣ ਵਾਲਾ। ਪਰ ਦੁਨੀਆ ਤੇ ਉਹ ਵੀ ਨਹੀਂ ਰਿਹਾ। ਐਸੇ ਤਰ੍ਹਾਂ ਮੈਖਾਸੁਰ ਵਰਗਾ ਦੈਨ, ਜਿਹੜਾ ਮਹਿ ਦੇ ਪੇਟ ਤੋਂ, ਮੱਝ ਦੇ ਪੇਟ ਤੋਂ ਪੈਦਾ ਹੋਇਆ, ਉਹਦਾ ਨਾਮ ਹੀ ਲੋਕਾਂ ਨੇ ਰੱਖ ਦਿੱਤਾ ਮੈਖਾਸੁਰ। ਮੈਖੀ ਨਾਮ ਮੱਝ ਦਾ ਹੀ ਹੈ ਨਾ। ਮੱਝ ਦੇ ਪੇਟ ਤੋਂ ਪੈਦਾ ਹੋਣ ਵਾਲਾ ਦੈਨ ਤੇ ਰਿਹਾ ਤੇ ਦੁਨੀਆ ਤੇ ਉਹ ਵੀ ਨਹੀਂ। ਪਾਤਸ਼ਾਹ ਨੇ ਗੁਰਮਤਿ ਸਮਝਾਈ ਹੈ। ਕਹਿਣ ਲੱਗੇ, ਜੋ ਉਪਜਿਓ ਸੋ ਬਿਨਸ ਹੈ। ਜਿਹੜਾ ਪੈਦਾ ਹੋ ਗਿਆ ਨਾ, ਉਹਨੇ ਮਰਨਾ ਜ਼ਰੂਰ ਹੈ, ਭਾਵੇਂ ਉਹ ਜਿੰਨੇ ਮਰਜ਼ੀ ਯਤਨ ਕਰ ਲਵੇ, ਰਹਿ ਨਹੀਂ ਸਕਦਾ। ਇਹ ਗੁਰੂ ਪਾਤਸ਼ਾਹ ਦਾ ਬਚਨ। ਚਿੰਤਾ ਤਾ ਕੀ ਕੀਜੀਐ, ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ। ਇਹ ਗੁਰਮਤਿ ਹੈ। ਮਹਾਰਾਜ ਨੇ ਸਾਨੂੰ ਸਮਝਾਇਆ। ਕਹਿਣ ਲੱਗੇ, ਚਿੰਤਾ ਕਿਉਂ ਕਰਦਾ ਹੈ ਮਰਨ ਦੀ? ਕਿਉਂਕਿ ਸੰਸਾਰ ਵਿੱਚ ਥਿਰ ਕੋਈ ਰਹਿਣ ਵਾਲਾ ਨਹੀਂ ਹੈ। ਜੀਵਨ ਕੀ ਚਿੰਤਾ ਨਹੀਂ, ਬਾਣੀ ਦਾ ਬਚਨ ਪੜ੍ਹਦੇ ਹਨ। ਮਰਨ ਕੀ ਚਿੰਤਾ, ਜੀਵਨ ਕੀ ਨਹੀਂ ਆਸ। ਗੁਰਬਾਣੀ ਵਿੱਚ ਨਾ ਜਿਉਣ ਦੀ ਚਿੰਤਾ, ਨਾ ਜਿਉਣ ਦੀ ਆਸਾ, ਨਾ ਮਰਨ ਦੀ ਚਿੰਤਾ ਹੈ ਹੀ ਕੋਈ। ਨਿਕਲ ਗਿਆ ਮਨ ਵਿੱਚੋਂ। ਕਿਉਂਕਿ ਗੁਰੂ ਨੇ ਸਮਝਾ ਦਿੱਤਾ ਹੈ, ਜਿਹੜਾ ਪੈਦਾ ਹੋ ਗਿਆ ਉਹਨੇ ਮਰਨਾ ਹੈ। ਪਰਮਾਤਮਾ ਪੈਦਾ ਹੀ ਨਹੀਂ ਹੁੰਦਾ। ਸੋ ਮੁਖ ਜਲੋ ਜੋ ਕਹਿ ਹੈ ਠਾਕੁਰ ਜੋਨੀ। ਜਿਹੜਾ ਇਹ ਗੱਲ ਕਵੇ ਵੀ ਰੱਬ ਦਾ ਜਨਮ ਹੁੰਦਾ ਹੈ, ਕਹਿੰਦੇ ਉਹਦੀ ਜ਼ੁਬਾਨ ਹੀ ਸੜ ਜਾਵੇ ਜਿਹਨੇ ਇਹ ਗੱਲ ਕਹੀ ਹੈ। ਕਿਉਂਕਿ ਉਹ ਜਨਮ ਦੇ ਵਿੱਚ ਆਉਂਦਾ ਹੀ ਨਹੀਂ, ਜਨਮ ਤੋਂ ਬਾਹਰ ਹੈ ਪਰਮਾਤਮਾ। ਤਾਂ ਹੀ ਉਹਨੂੰ ਆਖਿਆ ਪਾਰ ਬ੍ਰਹਮ। ਪ੍ਰਕਿਰਤੀ ਦੇ ਸਾਰੇ ਜਿਹੜੇ ਤੱਤ ਨੇ ਉਹਨਾਂ ਤੋਂ ਬਾਹਰ ਹੈ ਪਰਮਾਤਮਾ। ਜਿਵੇਂ ਅਸੀਂ ਹਨ, ਅਸੀਂ ਪ੍ਰਕਿਰਤੀ ਤੋਂ ਬਾਹਰ ਨਹੀਂ। ਅਸੀਂ ਬਿਮਾਰ ਵੀ ਹੋਣਾ, ਤੰਦਰੁਸਤ ਵੀ ਹੋਣਾ, ਬੁੱਢੇ ਵੀ ਹੋਣਾ, ਜਵਾਨ ਵੀ ਹੋਣਾ, ਸਾਨੂੰ ਸਭ ਕੁਝ ਹੀ ਹੋਣਾ। ਭਾਵੇਂ ਅਸੀਂ ਕਿੰਨਾ ਵੀ ਬਚੀਏ, ਹੋਣਾ ਹੀ ਹੋਣਾ ਹੈ। ਪਰਮਾਤਮਾ ਨੂੰ ਪਾਰ ਬ੍ਰਹਮ ਤਾਂ ਕਿਹਾ ਹੈ, ਉਹ ਪਰੇ ਹੈ ਪ੍ਰਕਿਰਤੀ ਤੋਂ। ਨਾ ਉਹਨੂੰ ਠੰਡ ਲੱਗੇ, ਨਾ ਉਹਨੂੰ ਗਰਮੀ ਲੱਗੇ, ਨਾ ਉਹਨੂੰ ਦੁੱਖ ਆਵੇ, ਨਾ ਉਹਨੂੰ ਸੁੱਖ ਆਵੇ, ਨਾ ਹੀ ਉਹਦਾ ਜਨਮ ਹੋਵੇ, ਨਾ ਉਹਨੂੰ ਬੁਢੇਪਾ, ਨਾ ਉਹਨੂੰ ਮੌਤ। ਤਾਂ ਉਹਨੂੰ ਕਹਿੰਦੇ ਪਾਰ ਬ੍ਰਹਮ। ਪ੍ਰਕਿਰਤੀ ਦੇ ਸਾਰੇ ਜਿੰਨੇ ਤਾਕਤ ਹੈ ਉਹਦੇ ਤੋਂ ਪਰੇ ਹੋ ਕੇ ਪਰਮਾਤਮਾ ਬੈਠਾ ਹੈ।
ਉਹਦੇ ਉੱਪਰ ਕੋਈ ਸਮਾਂ ਲਾਗੂ ਨਹੀਂ ਹੁੰਦਾ। ਗੁਰੂ ਨਾਨਕ ਦੇਵ ਪਾਤਸ਼ਾਹ ਆਖਣ ਲੱਗੇ ਥਾਪਿਆ ਨਾ ਜਾਏ, ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਐਸਾ ਉਹ ਪਰਮਾਤਮਾ ਹੈ ਜਿਹੜਾ ਕਦੇ ਵੀ ਨਾ ਜੰਮਦਾ ਨਾ ਕਦੇ ਮਰਦਾ ਹੈ। ਦੇਹਾਦਿਕ ਹੰਤਾ ਨਿਰਵਾਰ। ਇਹ ਜਿਹੜੀ ਦੇਹ ਹੈ ਨਾ, ਇਹਦੀ ਹੰਗਤਾ ਛੱਡਣੀ ਪਵੇਗੀ, ਹੰਕਾਰ ਛੱਡਣਾ ਪਵੇਗਾ। ਸਾਨੂੰ ਸਰੀਰ ਦਾ ਹੰਕਾਰ ਹੈ, ਮੇਰਾ ਸਰੀਰ ਬੜਾ ਤੰਦਰੁਸਤ ਹੈ, ਮੇਰੇ ਨੈਣ ਨਕਸ਼ ਬੜੇ ਸੋਹਣੇ, ਮੇਰੇ ਵਿੱਚ ਅਕਲ ਬਹੁਤੀ ਹੈ, ਮੈਂ ਤੇ ਸਿਆਣਾ ਹੀ ਬੜਾ, ਮੇਰੇ ਵਰਗਾ ਜੰਮਿਆ ਹੀ ਕੋਈ ਨਹੀਂ, ਮੇਰੀਆਂ ਅੱਖਾਂ ਸੋਹਣੀਆਂ, ਮੇਰੇ ਨੈਣ ਨਕਸ਼ ਬੜੇ ਸੋਹਣੇ। ਇਹ ਹੰਕਾਰ ਹੈ। ਪਾਤਸ਼ਾਹ ਕਹਿੰਦੇ ਸਭ ਕੁਝ ਹੀ ਛੱਡਣਾ ਪਵੇਗਾ, ਕਹਿਣਾ ਪਵੇਗਾ ਹਮ ਨਹੀਂ ਚੰਗੇ ਬੁਰਾ। ਇਹ ਜਿੰਨਾ ਚਿਰ ਹੰਕਾਰ ਹੀ ਨਹੀਂ ਛੱਡਦਾ ਉਹਨਾਂ ਚਿਰ ਕੋਈ ਗੱਲ ਬਣਨੀ ਨਹੀਂ। ਕਿਉਂਕਿ ਬਾਣੀ ਦਾ ਬਚਨ ਇਹ ਹੈ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ। ਪਾਤਸ਼ਾਹ ਕਹਿੰਦੇ ਜਿੰਨਾ ਚਿਰ ਇਹ ਹੈ ਨਾ ਵੀ ਮੈਂ ਸੋਹਣਾ, ਮੇਰੇ ਅੰਗ ਸੋਹਣੇ, ਮੇਰੀਆਂ ਅੱਖਾਂ ਸੋਹਣੀਆਂ, ਮੇਰਾ ਸਰੀਰ ਬੜਾ ਸੋਹਣਾ, ਜਿੰਨਾ ਚਿਰ ਇਹ ਬਚਨ ਲੈ ਕੇ ਬੈਠਾ ਤੂੰ ਮੁਕਤ ਹੋ ਹੀ ਨਹੀਂ ਸਕਦਾ। ਸਾਰਿਆਂ ਤੋਂ ਪਹਿਲਾਂ ਸਰੀਰ ਦਾ ਹੰਕਾਰ ਛੱਡ ਵੀ ਮੈਂ ਵੀ ਕੁਝ ਹਾਂ ਨਹੀਂ। ਇਹ ਗੱਲ ਕਹਿ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ, ਮੇਰਾ ਤੇ ਹੈ ਹੀ ਕੁਝ ਨਹੀਂ, ਜੋ ਕੁਝ ਹੈ ਉਹ ਤੇਰਾ ਹੀ ਹੈ ਪਰਮਾਤਮਾ। ਇਸ ਤਰ੍ਹਾਂ ਦੇਹ ਦੀ ਹੰਗਤਾ ਛੱਡ, ਜਿਨ੍ਹਾਂ ਨੇ ਛੱਡ ਦਿੱਤੀ ਦੂਰ ਕਰ ਦਿੱਤੀ ਹੈ। ਸੋ ਸਰੂਪ ਜਾਨੋ ਨਿਰਧਾਰ। ਉਹ ਜਾਣ ਲਓ ਵੀ ਉਹ ਹੈ ਪਰਮਾਤਮਾ ਦੇ ਸਰੂਪ ਨੂੰ ਨਿਸ਼ਚੈ ਉਹਨੇ ਕਰ ਲਿਆ, ਉਹਨੇ ਆਪਣੇ ਸਰੂਪ ਨੂੰ ਜਾਣ ਲਿਆ, ਜਿਹਨੇ ਸਰੀਰ ਦਾ ਹੰਕਾਰ ਛੱਡਿਆ। ਮੈਂ ਨਾਹੀ ਕਿਛ ਹਉ ਨਾਹੀ ਕਿਛ ਆਹੇ ਨਾ ਮੂਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਾਨ। ਐਵੇਂ ਨਹੀਂ ਭਗਤ ਸਦਨੇ ਦੀ ਬਾਣੀ ਗੁਰਬਾਣੀ ਵਿੱਚ ਲਿਖੀ ਗਈ, ਐਵੇਂ ਇਹਨਾਂ ਭਗਤਾਂ ਨੂੰ ਇੰਨਾ ਮਾਨ ਨਹੀਂ ਮਿਲਿਆ। ਉਹ ਤਾਂ ਮਿਲਿਆ ਕਿਉਂਕਿ ਉਹਨਾਂ ਨੇ ਛੱਡ ਦਿੱਤਾ ਇਹ ਹੰਕਾਰ। ਜੈ ਦੇਵ ਤਿਆਗਿਓ ਅਹੰ ਮੇਵ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜੈਦੇਵ ਭਗਤ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ, ਪਰ ਇੱਕ ਵੇਲੇ ਭਗਤ ਜੈਦੇਵ ਨੂੰ ਹੰਕਾਰ ਹੋ ਗਿਆ। ਭਗਤ ਜੈਦੇਵ ਜੀ ਬੰਗਾਲ ਦੇ ਰਹਿਣ ਵਾਲੇ ਨੇ, ਤੇ ਛੋਟੀ ਉਮਰ ਦੇ ਵਿੱਚ ਹੀ ਮਾਤਾ ਪਿਤਾ ਚੜ੍ਹਾਈ ਕਰ ਗਏ। ਚੜ੍ਹਾਈ ਕਰ ਗਏ ਤੇ ਜਿਹੜੀ ਕੋਈ ਜ਼ਮੀਨ ਜਾਇਦਾਦ ਥੋੜੀ ਬਹੁਤੀ ਆਉਂਦੀ ਉਹ ਲੋਕਾਂ ਨੇ ਦੱਬ ਲਈ ਵੀ ਬੱਚੇ ਦਾ ਕੀ ਹੈ, ਸਭ ਕੁਝ ਦੱਬ ਲਿਆ। ਤੇ ਭਗਤ ਜੈਦੇਵ ਜੀ ਘਰੋਂ ਬੇਘਰ ਹੋ ਗਏ, ਤੁਰੇ ਫਿਰਦੇ ਇਕੱਲੇ ਹੀ ਗੀਤ ਗਾਉਂਦੇ ਰਹਿੰਦੇ, ਕਵਿਤਾ ਗਾਉਂਦੇ ਰਹਿੰਦੇ ਇਕੱਲੇ ਹੀ, ਆਪਣੇ ਮਾਂ-ਬਾਪ ਨੂੰ ਯਾਦ ਕਰਕੇ ਬੜਾ ਵਿਰਾਗ ਮਨ ਵਿੱਚ ਕਰਦਾ। ਸੋ ਇਸ ਤਰ੍ਹਾਂ ਕਵਿਤਾ ਗਾਉਂਦਿਆਂ ਗਾਉਂਦਿਆਂ ਇਹਨਾਂ ਨੇ ਗੀਤ ਗੋਬਿੰਦ ਨਾਮ ਦੀ ਇੱਕ ਕਵਿਤਾ ਲਿਖੀ ਹੈ, ਬੜੀ ਪ੍ਰਸਿੱਧ ਹੈ ਉਸ ਇਲਾਕੇ ਦੇ ਵਿੱਚ। ਕਵਿਤਾ ਲਿਖਦਿਆਂ ਲਿਖਦਿਆਂ ਜਦੋਂ ਇੱਕ ਅਖੀਰ ਤੇ ਪਹੁੰਚੇ ਨਾ, ਤੇ ਇੱਕ ਪੰਕਤੀ ਸੁੱਝਦੀ ਨਹੀਂ ਪਈ, ਆਉਂਦੀ ਨਹੀਂ ਪਈ ਵੀ ਇੱਥੇ ਅਗਲੀ ਪੰਕਤੀ ਕਿਹੜੀ ਲਿਖਾਂ। ਤੇ ਆਪਣੀ ਉੱਥੇ ਲਿਖਤ ਛੱਡ ਦਿੱਤੀ, ਕਾਗਜ਼ ਕਲਮ ਉੱਥੇ ਰੱਖ ਕੇ ਤੇ ਆਪ ਬਾਹਰ ਚਲੇ ਗਏ, ਬੰਦਗੀ ਕਰਦੇ ਪਏ। ਪਰਮਾਤਮਾ ਨੇ ਆ ਕੇ ਉਹ ਲਾਈਨ ਪੂਰੀ ਕਰ ਦਿੱਤੀ, ਆਪ ਲਿਖ ਦਿੱਤੀ ਆ ਕੇ। ਜਦੋਂ ਵਾਪਸ ਆ ਕੇ ਵੇਖਿਆ, ਜੈਦੇਵ ਜੀ ਬੜੇ ਖੁਸ਼ ਹੋਏ, ਕਹਿਣ ਲੱਗੇ ਮੈਂ ਤੇ ਕਵਿਤਾ ਹੀ ਬੜੀ ਬਾਕਮਾਲ ਲਿਖੀ ਹੈ, ਮੇਰੀ ਕਵਿਤਾ ਤੇ ਭਗਵਾਨ ਨੂੰ ਬੜੀ ਚੰਗੀ ਲੱਗੀ ਹੈ, ਉਹ ਆ ਗਿਆ ਪੂਰੀ ਕਰਨ ਵਾਸਤੇ, ਮੇਰੀ ਕਵਿਤਾ ਤੇ ਉਹ ਲਿਖ ਕੇ ਚਲਾ ਗਿਆ। ਮਨ ਵਿੱਚ ਮਾਣ ਆ ਗਿਆ, ਮੇਰੇ ਵਰਗੀ ਕਵਿਤਾ ਲਿਖ ਹੀ ਕੋਈ ਨਹੀਂ ਸਕਦਾ, ਵਧੀਆ ਲਿਖੀ ਹੈ ਤੇ ਰੱਬ ਨੂੰ ਵੀ ਚੰਗੀ ਲੱਗੀ ਹੈ। ਜਦੋਂ ਇਸ ਤਰ੍ਹਾਂ ਮਾਣ ਆਇਆ, ਉੱਠ ਕੇ ਜੰਗਲ ਨੂੰ ਤੁਰ ਪਿਆ। ਤੇ ਕੀ ਵੇਖਦਾ ਪਿਆ, ਜਿਹੜੀ ਕਵਿਤਾ ਮੈਂ ਕਾਗਜ਼ ਤੇ ਲਿਖ ਕੇ ਆਇਆ ਨਾ, ਉਹ ਸਾਰੀ ਕਵਿਤਾ ਰੁੱਖਾਂ ਦੇ ਪੱਤਿਆਂ ਦੇ ਉੱਪਰ ਲਿਖੀ ਪਈ। ਵੇਖ ਕੇ ਹੰਕਾਰ ਟੁੱਟ ਗਿਆ, ਉਹ ਮਨਾ ਤੂੰ ਤੇ 4 ਅੱਖਰ ਲਿਖੇ ਤੇ ਮਾਣ ਕਰ ਲਿਆ, ਜਿਹੜਾ ਪੱਤੇ ਪੱਤੇ ਦੀ ਲਿਖੀ ਬੈਠਾ ਉਹ ਕਿੱਡਾ ਵੱਡਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਜੈ ਦੇਵ ਤਿਆਗਿਓ ਅਹੰ ਮੇਵ। ਹੰਕਾਰ ਹੋ ਗਿਆ ਇੱਕ ਵੇਲੇ ਜੈਦੇਵ ਭਗਤ ਨੂੰ, ਮੇਰੀ ਕਵਿਤਾ ਬੜੀ ਚੰਗੀ ਹੈ, ਪਰ ਜਦੋਂ ਹੰਕਾਰ ਛੱਡਿਆ ਨਾ, ਆਪਣੇ ਮਨ ਨੂੰ ਠੋਕਰ ਮਾਰੀ, ਉਹ ਮਨਾ ਇਹ ਕੀ ਕਰ ਬੈਠਾ। ਜਦੋਂ ਇਹ ਸੋਚਿਆ, ਪੱਤੇ ਪੱਤੇ ਤੇ ਉਹਦਾ ਨਾਮ ਲਿਖਿਆ, ਉਸੇ ਵੇਲੇ ਪਰਮਾਤਮਾ ਨੇ ਪ੍ਰਗਟ ਹੋ ਕੇ ਦਰਸ਼ਨ ਬਖਸ਼ਿਸ਼ ਕਰ ਦਿੱਤੇ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਐਸੇ ਨੇ ਭਗਤਾਂ ਦੇ ਜੀਵਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ। ਪਾਤਸ਼ਾਹ ਕਹਿਣ ਲੱਗੇ ਉਹ ਗੁਰਮੁਖ ਨੇ, ਹੰਕਾਰ ਨਹੀਂ ਕਰਦੇ, ਜੇ ਕਿਤੇ ਹੋ ਜਾਵੇ ਪਰਮਾਤਮਾ ਉਹਨਾਂ ਦੇ ਹੰਕਾਰ ਨੂੰ ਦੂਰ ਕਰਦਾ ਹੈ। ਹਰਿ ਸ਼ੋਕ ਤਨ ਕਹੋ ਕਿਮ ਹੋਵੈ। ਇਸ ਕਰਕੇ ਗੁਰਮੁਖੋ, ਉਹ ਜਿਹੜੇ ਗੁਰਮੁਖ ਨੇ ਸੋ ਸਰੂਪ ਜਾਨੋ ਨਿਰਧਾਰ, ਉਹਨਾਂ ਨੇ ਨਿਰਣਾ ਕਰਕੇ ਉਹ ਸਰੂਪ ਜਾਣ ਲਿਆ। ਜਿਸ ਸਰੂਪ ਦੇ ਵਿੱਚ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਹੰਕਾਰ ਹੈ, ਉਹਨੂੰ ਆਪਣਾ ਸਰੂਪ ਜਾਣਦੇ ਹਨ। ਹਰਿ ਸ਼ੋਕ ਤਨ ਕਹੋ ਕਿਮ ਹੋਵੈ। ਉਹਨਾਂ ਨੂੰ ਫਿਰ ਨਾ ਖੁਸ਼ੀ ਹੁੰਦੀ ਹੈ ਨਾ ਗਮੀ ਹੁੰਦੀ ਹੈ।
ਸਾਨੂੰ ਕੋਈ ਪਦਾਰਥ ਮਿਲੇ ਨਾ, ਗੁਰੂ ਦੇ ਅੱਗੇ ਅਰਦਾਸ ਕਰੀਏ ਵੀ ਮਹਾਰਾਜ ਆਹ ਕੰਮ ਬਣ ਜਾਵੇ ਤੇ ਬੜੀ ਚੰਗੀ ਗੱਲ ਹੈ। ਸਤਿਗੁਰੂ ਸੁਣ ਲੈਂਦੇ ਫਰਿਆਦ ਵੀ ਚਲੋ ਮੰਗਿਆ ਤੇ ਦੇ ਹੀ ਦਈਏ, ਕਿਉਂਕਿ ਵੱਡਾ ਦਾਤਾ ਤਿਲ ਨਾ ਤਮਾਏ। ਗੁਰੂ ਵੱਡਾ ਦਾਤਾ ਹੈ ਨਾ, ਉਹ ਦੇ ਦਿੰਦਾ ਵੀ ਚੱਲ ਮੰਗਿਆ। ਸਾਨੂੰ ਦਾਤ ਮਿਲੀ ਨਹੀਂ, ਅਸੀਂ ਕੋਠੇ ਤੇ ਚੜ੍ਹ ਕੇ ਛਾਲਾਂ ਮਾਰੀਆਂ ਵੀ ਮੇਰੇ ਵਰਗਾ ਹੈ, ਕੋਈ ਜਸ਼ਨ ਮਨਾਏ ਗਏ ਨਾ। ਤੇ ਜਦੋਂ ਕਿਤੇ ਉਹ ਚੀਜ਼ ਸਾਡੇ ਕੋਲੋਂ ਚਲੇ ਜਾਵੇ, ਮੰਨ ਲਓ ਵੀ ਕੋਈ ਚੀਜ਼ ਘਰ ਵਿੱਚੋਂ ਸਾਨੂੰ ਦੇਣੀ ਪਵੇ ਕਿਸੇ ਨੂੰ, ਜਾਂ ਕੋਈ ਮਜਬੂਰੀ ਬਣ ਜਾਵੇ, ਤੇ ਫਿਰ ਬੰਦਾ ਰੋਣ ਲੱਗ ਪੈਂਦਾ ਵੀ ਹਾਏ ਮੇਰੇ ਕੋਲੋਂ ਚਲੇ ਗਈ ਹੈ। ਇਹ ਸਾਡੇ ਵਰਗੇ ਸੰਸਾਰੀ ਲੋਕਾਂ ਦੀ ਹਾਲਤ ਹੈ। ਗੁਰਮੁਖ ਇਹਨਾਂ ਚੀਜ਼ਾਂ ਤੋਂ ਪਰੇ, ਜੇ ਕੁਝ ਆ ਗਿਆ ਤੇ ਕਹਿਣ ਲੱਗੇ ਇਹ ਵੀ ਤੇਰਾ ਹੀ ਹੈ, ਜੇ ਕੋਈ ਚਲਾ ਗਿਆ ਤੇ ਕਹਿੰਦੇ ਇਹ ਵੀ ਤੇਰਾ ਹੀ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਹੱਟ ਸਾਹਿਬ ਤੇ ਬੈਠੇ, ਸੁਲਤਾਨਪੁਰ ਦੀ ਧਰਤੀ ਤੇ ਕੋਈ ਮੰਗਤਾ ਆਉਂਦਾ ਹੈ, ਝੋਲੀ ਭਰ ਕੇ ਆਖਦੇ ਤੇਰਾ ਹੀ ਹੈ ਅਕਾਲ ਪੁਰਖ, ਸਭ ਕੁਝ ਸਾਡਾ ਤੇ ਹੈ ਹੀ ਕੁਝ ਨਹੀਂ ਹੈ। ਇਸ ਤਰ੍ਹਾਂ ਉਹ ਜਿਹੜੇ ਗੁਰਮੁਖ ਨੇ, ਉਹ ਫਿਰ ਨਾ ਪਦਾਰਥ ਆਉਣ ਦੀ ਖੁਸ਼ੀ ਹੈ, ਨਾ ਪਦਾਰਥ ਜਾਣ ਦਾ ਗਮ ਹੈ। ਇਸ ਹਰਖ ਤੇ ਸ਼ੋਕ ਤੋਂ ਉਹ ਗੁਰਮੁਖ ਪਰੇ ਹੋ ਜਾਂਦੇ ਹਨ। ਰੂਪ ਅਨਾਸੀ ਬਿਨ ਦੁਖ ਜੋਵੈ। ਤੇ ਗੁਰਮੁਖੋ ਪ੍ਰਮਾਤਮਾ ਦਾ ਜਿਹੜਾ ਸਰੂਪ ਹੈ ਨਾ, ਅਨਾਸੀ ਹੈ, ਨਾਸ਼ ਤੋਂ ਰਹਿਤ। ਗੁਰਬਾਣੀ ਦੇ ਵਿੱਚ ਤੁਸੀਂ ਪੜ੍ਹਦੇ ਪਏ ਹੋ ਬਚਨ, ਅਬਨਾਸੀ ਜੀਵਨ ਕੋ ਦਾਤਾ। ਉਹ ਜਿਹੜਾ ਦਾਤਾ ਹੈ ਨਾ, ਉਹ ਨਾਸ਼ ਤੋਂ ਰਹਿਤ ਹੈ। ਬਨਾਸੀ ਉਹ ਹੁੰਦਾ ਜਿਹੜਾ ਮੁੱਕ ਜਾਵੇ। ਉਹਦੇ ਅੱਗੇ ਐੜਾ ਲਾ ਕੇ ਅਬਨਾਸੀ ਕੀਤਾ ਵੀ ਨਹੀਂ, ਰੱਬ ਨਹੀਂ ਮੁੱਕਦਾ, ਦੁਨੀਆ ਮੁੱਕ ਸਕਦੀ ਹੈ। ਕਹਿੰਦੇ ਇਸ ਤਰ੍ਹਾਂ ਦਾ ਉਹ ਬਨਾਸੀ ਹੈ, ਜਿਹੜਾ ਉਹਨੂੰ ਪਾ ਲੈਂਦਾ ਫਿਰ ਉਹਨੂੰ ਵੀ ਦੁੱਖ ਨਹੀਂ ਹੁੰਦਾ ਹੈ। ਅੰਮ੍ਰਿਤ ਵੇਲੇ ਲੈਨ ਉਗਾਰੇ। ਇਹ ਸਤਿਗੁਰੂ ਪਾਤਸ਼ਾਹ ਜੀ ਐਸੀ ਸਮਾਧੀ ਲਾ ਕੇ ਬੈਠੇ, ਇੰਨੇ ਚਿਰ ਨੂੰ ਗੁਰਮੁਖੋ ਅੰਮ੍ਰਿਤ ਵੇਲਾ ਹੋ ਗਿਆ, ਸੰਗਤਾਂ ਆ ਗਈਆਂ ਦਰਸ਼ਨ ਕਰਨ ਵਾਸਤੇ। 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਵੇਲੇ ਫਿਰ ਆਪਣੇ ਨੇਤਰ ਖੋਲੇ, ਮਹਾਰਾਜ ਨੇ ਉੱਠੇ ਨੇ ਆਪਣੀ ਸਮਾਧੀ ਵਿੱਚੋਂ, ਮਹਾਰਾਜ ਨੇ ਨੇਤਰ ਖੋਲੇ ਹਨ। ਸਿੰਘਨ ਸਕਲ ਬੰਧਨਾ ਧਾਰੇ। ਸਾਰੇ ਸਿੰਘ ਹੱਥ ਜੋੜ ਕੇ ਪਹਿਲਾਂ ਹੀ ਖਲੋਤੇ ਸਨ ਮਹਾਰਾਜ ਦੇ ਸਾਹਮਣੇ। ਜਦੋਂ ਨੇਤਰ ਖੋਲੇ, ਸਾਰਿਆਂ ਸਿੰਘਾਂ ਨੇ ਹੱਥ ਜੋੜ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ। ਸਾਰੀ ਪ੍ਰਜਾ ਦਾ ਜੋ ਮਾਲਕ ਹੈ ਉਹ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਉਹਨਾਂ ਦੇ ਚਰਨਾਂ ਤੇ ਫਿਰ ਮੱਥਾ ਟੇਕਦੇ ਹਨ। ਹਾਥ ਜੋੜ ਅਰਦਾਸ ਬਖਾਨੀ। ਮਹਾਰਾਜ ਨੇ ਵੇਖਿਆ ਸਿੰਘਾਂ ਦੇ ਵੱਲ, ਚਿਹਰੇ ਉਦਾਸ ਹੋਏ ਪਏ, ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਨਾ ਵੀ ਮਹਾਰਾਜ ਸੱਚਖੰਡ ਨੂੰ ਚੱਲੇ ਤੇ ਸਾਨੂੰ ਇਹ ਦਿਦਾਰਾ ਫਿਰ ਕਿਵੇਂ ਹੋਵੇਗਾ, ਉਪਦੇਸ਼ ਕਿਵੇਂ ਮਿਲੇਗਾ। ਮਹਾਰਾਜ ਜੀ ਨੇ ਚਿਹਰੇ ਉਦਾਸ ਵੇਖ ਕੇ ਪੁੱਛਿਆ, ਕਹਿੰਦੇ ਕੀ ਗੱਲ ਹੈ, ਤੁਸੀਂ ਕਿਉਂ ਉਦਾਸ ਹੋ ਗਏ? ਤੇ ਸਾਰੇ ਸਿੰਘ ਜਿੰਨੇ ਸਾਹਮਣੇ ਖਲੋਤੇ ਹੱਥ ਜੋੜ ਕੇ ਮਹਾਰਾਜ ਨੂੰ ਕਹਿਣ ਲੱਗੇ ਹਨ, ਕਹੋ ਆਪ ਉਪਦੇਸ਼ਨ ਬਾਣੀ। ਸਤਿਗੁਰੂ ਪਾਤਸ਼ਾਹ ਹੁਣ ਸਾਡੇ ਤੇ ਕੋਈ ਵਿਪਤਾ ਪੈਂਦੀ ਹੈ ਤੇ ਅਸੀਂ ਤੁਹਾਡੇ ਕੋਲੋਂ ਪੁੱਛ ਲੈਂਦੇ ਵੀ ਮਹਾਰਾਜ ਆਹ ਕੰਮ ਕਿਵੇਂ ਕਰੀਏ। ਜੇ ਸਾਨੂੰ ਵਿਕਾਰ ਤੰਗ ਕਰਦੇ ਤੇ ਤੁਹਾਡੇ ਕੋਲ ਆ ਜਾਈਦਾ, ਜੇ ਸਾਨੂੰ ਕੋਈ ਹੋਰ ਮਨ ਵਿੱਚ ਵਿਚਾਰ ਉੱਠਦਾ ਤੇ ਤੁਹਾਡੇ ਕੋਲ ਆ ਜਾਈਦਾ, ਪਾਤਸ਼ਾਹ ਕਿਰਪਾ ਕਰੋ। ਮਹਾਰਾਜ ਤੁਸੀਂ ਸੱਚਖੰਡ ਚੱਲੇ ਹੋ, ਸਾਨੂੰ ਬਾਅਦ ਵਿੱਚ ਫਿਰ ਕੀ ਕਰਨਾ, ਜੀਵਨ ਕਿਵੇਂ ਬਤੀਤ ਕਰਨਾ, ਸਾਨੂੰ ਉਪਦੇਸ਼ ਦਿਓ ਇਹੋ ਜਿਹਾ ਜਿਹਦੇ ਨਾਲ ਸਾਡਾ ਭਲਾ ਹੋਵੇ, ਸਾਨੂੰ ਉਪਦੇਸ਼ ਦੇਣ ਦੀ ਕਿਰਪਾਲਤਾ ਕਰੋ। ਅਬ ਤੋ ਦਰਸ਼ਨ ਤੇ ਸੁਖ ਪਾਵੈ। ਸਤਿਗੁਰੂ ਹੁਣ ਤੇ ਜਦੋਂ ਤੁਹਾਡਾ ਦਰਸ਼ਨ ਕਰ ਲਈਦਾ ਨਾ, ਸਾਰੇ ਵਿਕਾਰ ਉਦੋਂ ਆਪੇ ਹੀ ਮਿਟ ਜਾਂਦੇ। ਗੁਰੂ ਪਾਤਸ਼ਾਹ ਦਾ ਦਰਸ਼ਨ ਹੀ ਐਸਾ ਹੈ, ਦਰਸ਼ਨ ਦੇਖ ਜੀਵਾਂ। ਜਿਹੜੇ ਗੁਰੂ ਦਾ ਦਰਸ਼ਨ ਕਰ ਲੈਂਦੇ ਉਹਨਾਂ ਦਾ ਆਤਮਿਕ ਤੌਰ ਤੇ ਜੀਣਾ ਤੇ ਵਿਕਾਰ ਉਹਨਾਂ ਦੇ ਆਪੇ ਹੀ ਮਰ ਜਾਂਦੇ। ਪਾਤਸ਼ਾਹ ਹੁਣ ਤੇ ਤੁਹਾਡਾ ਦਿਦਾਰਾ ਕਰੀਦਾ ਤੇ ਅਸੀਂ ਵਿਕਾਰ ਮਾਰ ਲੈਂਦੇ ਹਾਂ। ਤੁਹਾਡਾ ਦਰਸ਼ਨ ਇਸ ਤਰ੍ਹਾਂ ਦਾ, ਤੁਹਾਡੇ ਜਾਣ ਤੋਂ ਬਾਅਦ ਵਿੱਚ ਮਹਾਰਾਜ ਵਿਕਾਰ ਤੰਗ ਕਰਨਗੇ ਜਿਨ੍ਹਾਂ ਨੂੰ, ਉਹਨਾਂ ਦਾ ਫਿਰ ਭਲਾ ਕਿਵੇਂ ਹੋਣਾ, ਆਪ ਦੱਸਣਾ ਕਰੋ। ਜਹ ਸੁਨ ਪਿਛੇ ਮਨ ਠਹਿਰਾਵੈ। ਸਤਿਗੁਰੂ ਪਾਤਸ਼ਾਹ ਸਾਨੂੰ ਉਪਦੇਸ਼ ਦਿਓ, ਸਾਡਾ ਬਾਅਦ ਵਿੱਚ ਮਨ ਜਦੋਂ ਕਦੇ ਭਟਕਿਆ ਕਰੇਗਾ ਤੁਹਾਡੇ ਬਚਨ ਚੇਤੇ ਕਰ ਲਿਆ ਕਰਾਂਗੇ ਨਾ ਵੀ ਗੁਰੂ ਪਾਤਸ਼ਾਹ ਨੇ ਇਹ ਬਚਨ ਆਖਿਆ। ਫਿਰ ਜਦੋਂ ਕਿਤੇ ਮਨ ਭਟਕਿਆ ਕਰੇਗਾ ਫਿਰ ਤੁਹਾਡੇ ਬਚਨ ਚੇਤੇ ਕਰ ਲਿਆ ਕਰਾਂਗੇ। ਗੁਰਬਾਣੀ ਵਿੱਚ ਬਚਨ ਆਇਆ ਹੈ, ਪੰਚ ਸਤਾਵੈ ਦੂਤ ਕਵਨ ਬਿਦ ਮਾਰਨ। ਜੇ ਪੰਜ ਵਿਕਾਰ ਤੰਗ ਕਰਨ, ਇਹਨਾਂ ਪੰਜਾਂ ਵਿਕਾਰਾਂ ਨੂੰ ਮਾਰਨਾ ਕਿਵੇਂ ਹੈ, ਇਹ ਸਵਾਲ ਹੈ ਸਿੱਖ ਦਾ। ਪੰਚ ਸਤਾਵੈ ਦੂਤ ਕਵਨ ਬਿਦ ਮਾਰਨ। ਜੇ ਪੰਜ ਦੂਤ ਕਾਮ ਕ੍ਰੋਧ ਤੰਗ ਕਰਨ ਬੰਦੇ ਨੂੰ ਤੇ ਕਿਵੇਂ ਮਾਰੀਏ? ਮਹਾਰਾਜ ਕਹਿੰਦੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ। ਜਿਹੜਾ ਵਾਹਿਗੁਰੂ ਵਾਹਿਗੁਰੂ ਕਹਿਣਾ, ਇਹ ਤੀਰ ਚਲਾਉਣਾ। ਸਾਹਮਣੇ ਦੁਸ਼ਮਣ ਆ ਜਾਵੇ ਦੁੱਖ ਦੇਣ ਵਾਸਤੇ ਤੇ ਆਪਾਂ ਤੀਰ ਚਲਾਈਏ ਜਾਂ ਗੋਲੀ ਚਲਾਈਏ ਤੇ ਮਰ ਜਾਂਦਾ ਨਾ ਦੁਸ਼ਮਣ। ਇਹ ਵਿਕਾਰ ਵੀ ਐਸੇ ਦੁਸ਼ਮਣ, ਇਹਨਾਂ ਦੇ ਉੱਪਰ ਤੀਰ ਕਿਹੜਾ ਚਲਾਉਣਾ ਹੈ? ਜਿਹੜਾ ਆਪਣੇ ਮੁਖੋਂ ਆਖ ਦੇਣਾ ਵਾਹਿਗੁਰੂ, ਇਹ ਤੀਰ ਚਲਾਉਣਾ।
ਪਾਤਸ਼ਾਹ ਨੂੰ ਕਹਿੰਦੇ ਪਏ ਸਿੱਖ, ਕਹਿੰਦੇ ਇਹੋ ਜਿਹਾ ਉਪਦੇਸ਼ ਦਿਓ ਮਹਾਰਾਜ, ਤੁਹਾਡੇ ਪਿੱਛੋਂ ਵੀ ਅਸੀਂ ਉਹਦੀ ਕਮਾਈ ਕਰੀਏ, ਸਾਡਾ ਭਲਾ ਹੋਵੇ। ਸ੍ਰੀ ਗੁਰੂ ਗੋਬਿੰਦ ਸਿੰਘ ਉਚਾਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ ਸਿੱਖੋ, ਉਪਦੇਸ਼ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੇਅੰਤ ਬਚਨ ਮਹਾਰਾਜ ਨੇ ਲਿਖੇ ਨੇ, ਇੱਕ ਵੀ ਬਚਨ ਕਮਾ ਲਵੋਗੇ ਤੁਹਾਡਾ ਸੰਸਾਰ ਤੋਂ ਭਲਾ ਹੋਵੇਗਾ। ਪਰ ਫਿਰ ਵੀ ਤੁਸੀਂ ਸਾਨੂੰ ਪੁੱਛਿਆ, ਤੁਹਾਡੇ ਮਨ ਵਿੱਚ ਸ਼ੰਕਾ ਨਹੀਂ ਰਹਿਣਾ ਚਾਹੀਦਾ, ਅਸੀਂ ਭਲੇ ਦਾ ਹੀ ਬਚਨ ਕਰਦੇ। ਮਹਾਰਾਜ ਨੇ ਉਸ ਵੇਲੇ ਬਚਨ ਆਖਿਆ ਹੈ, ਸੁਨੋ ਖਾਲਸਾ ਤੁਮ ਮਮ ਪਿਆਰੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਖਾਲਸਾ ਜੀ ਸਭ ਤੋਂ ਵੱਧ ਸਾਨੂੰ ਤੁਸੀਂ ਪਿਆਰੇ ਹੋ, ਤੁਹਾਡੇ ਤੋਂ ਪਿਆਰਾ ਸਾਨੂੰ ਕੁਝ ਵੀ ਨਹੀਂ। ਇਹ ਇਕੱਲਾ ਬਚਨ ਆਖਿਆ ਨਹੀਂ, ਇਹ ਬਚਨ ਮਹਾਰਾਜ ਦੇ ਜੀਵਨ ਵਿੱਚ ਵੇਖਿਆ ਵੀ ਜਾ ਸਕਦਾ। ਜਿਸ ਵੇਲੇ ਚਮਕੌਰ ਦੀ ਗੜੀ ਵਿੱਚ ਆ ਬੈਠੇ, ਜੇ ਪੁੱਤਰ ਪਿਆਰੇ ਹੁੰਦੇ ਨਾ ਤੇ ਮਹਾਰਾਜ ਪੁੱਤਰਾਂ ਨੂੰ ਜਿਵੇਂ ਮਰਜ਼ੀ ਕੱਢ ਕੇ ਲਿਜਾ ਸਕਦਾ, ਪਰ ਉੱਥੇ ਮਹਾਰਾਜ ਨੂੰ ਖਾਲਸਾ ਪਿਆਰਾ ਹੈ। ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਨੂੰ ਬਚਨ ਹੋ ਗਿਆ, ਤੁਸੀਂ ਸਾਡੇ ਨਾਲ ਨਿਕਲਣਾ, ਬਾਕੀਆਂ ਨੇ ਸ਼ਹਾਦਤ ਪਾਉਣੀ ਹੈ। ਇਹ ਸਾਖੀ, ਇਹ ਪ੍ਰਸੰਗ ਇਹ ਗੱਲ ਸਿੱਧ ਕਰ ਦਿੰਦਾ ਹੈ ਕਿ ਮਹਾਰਾਜ ਨੂੰ ਆਪਣੇ ਸਿੰਘ ਸਭ ਤੋਂ ਵੱਧ ਪਿਆਰੇ ਨੇ, ਪਰਿਵਾਰ ਬਾਅਦ ਵਿੱਚ ਹੈ। ਤੇ ਗੁਰਮੁਖੋ ਜਦੋਂ ਆਪਾਂ ਅਰਦਾਸ ਕਰਦੇ ਹਾਂ ਨਾ, ਤੇ ਅਰਦਾਸ ਦੇ ਵਿੱਚ ਆਪਾਂ ਇਹ ਬਚਨ ਪੜ੍ਹਦੇ ਹਾਂ ਕਿ 5 ਪਿਆਰੇ 4 ਸਾਹਿਬਜ਼ਾਦੇ। ਸਾਹਿਬਜ਼ਾਦਿਆਂ ਦਾ ਨਾਮ ਬਾਅਦ ਵਿੱਚ ਹੈ, 5 ਪਿਆਰਿਆਂ ਦਾ ਨਾਮ ਪਹਿਲਾਂ ਅਰਦਾਸ ਦੇ ਵਿੱਚ, ਪਰਿਵਾਰ ਬਾਅਦ ਵਿੱਚ ਹੈ, ਪੰਥ ਪਹਿਲਾਂ। ਅੱਜ ਵੀ ਜਦੋਂ ਪੰਥ ਅਰਦਾਸ ਕਰਦਾ ਹੈ ਤੇ ਅਰਦਾਸ ਦੇ ਵਿੱਚ ਪਹਿਲਾਂ 5 ਪਿਆਰਿਆਂ ਨੂੰ ਮਾਣ ਦਿੱਤਾ ਜਾਂਦਾ ਹੈ। ਸਾਹਿਬਜ਼ਾਦਿਆਂ ਦੀ ਕੁਰਬਾਨੀ, 2 ਵੱਡੇ ਸਾਹਿਬਜ਼ਾਦੇ ਚਮਕੌਰ ਵਿੱਚ ਤੇ ਛੋਟੇ ਸਰਹੰਦ ਵਿੱਚ ਨੀਹਾਂ ਵਿੱਚ ਚਿਣੇਗੇ, ਬੜੀ ਵੱਡੀ ਸ਼ਹਾਦਤ ਹੈ ਪੰਥ ਵਾਸਤੇ, ਧਰਮ ਵਾਸਤੇ, ਏਡੀ ਵੱਡੀ ਕੁਰਬਾਨੀ। ਔਰ ਹੈ ਗੁਰੂ ਪੁੱਤਰ, ਉਹਨਾਂ ਨੂੰ ਸਤਿਕਾਰ ਦਿੱਤਾ ਅਰਦਾਸ ਦੇ ਵਿੱਚ, ਪਰ ਇਸ ਤੋਂ ਵੱਡਾ ਸਤਿਕਾਰ 5 ਪਿਆਰਿਆਂ ਨੂੰ ਮਿਲਿਆ, ਕਿਉਂਕਿ ਉਹਨਾਂ ਨੇ ਆਪਣੇ ਗੁਰੂ ਅੱਗੇ ਸੀਸ ਭੇਟ ਕਰਕੇ ਗੁਰੂ ਦਾ ਬਚਨ ਕਮਾਇਆ। ਤੇ ਆਪਾਂ ਅਰਦਾਸ ਵਿੱਚ ਜਦੋਂ 10ਵੇਂ ਪਾਤਸ਼ਾਹ ਦਾ ਨਾਮ ਲੈ ਕੇ, ਗੁਰੂ ਗ੍ਰੰਥ ਸਾਹਿਬ ਦਾ ਨਾਮ ਲੈ ਕੇ ਅਰਦਾਸ ਕਰਦੇ ਆ, ਉਸ ਤੋਂ ਬਾਅਦ ਵਿੱਚ ਜਿਹੜਾ ਵੀ ਪਹਿਲਾ ਬਚਨ ਆਉਂਦਾ ਹੈ ਉਹਦੇ ਵਿੱਚ 5 ਪਿਆਰਿਆਂ ਨੂੰ ਯਾਦ ਕੀਤਾ ਜਾਂਦਾ ਹੈ। ਇਹ 2 ਸਾਖੀਆਂ ਇਤਿਹਾਸ ਦੇ ਵਿੱਚ ਮਹਾਰਾਜ ਕਹਿੰਦੇ, ਖਾਲਸਾ ਜੀ ਸਭ ਤੋਂ ਪਿਆਰੇ ਤੁਸੀਂ ਹੋ ਸਾਨੂੰ, ਤੁਹਾਡੇ ਤੋਂ ਸਾਨੂੰ ਹੋਰ ਕੋਈ ਪਿਆਰਾ ਹੈ ਹੀ ਨਹੀਂ। ਇੰਨਾ ਪਿਆਰ ਮਹਾਰਾਜ ਆਪਣੇ ਸਿੱਖਾਂ ਨੂੰ ਕਰਦੇ। ਗੁਰਬਾਣੀ ਵਿੱਚ ਉਹਨਾਂ ਨੇ ਬਚਨ ਲਿਖਿਆ, ਕਹਿਣ ਲੱਗੇ, ਸੁਖੀ ਬਸੈ ਮੋਰੋ ਪਰਿਵਾਰਾ। ਤੇ ਸਿੱਖਾਂ ਨੇ ਸਵਾਲ ਕੀਤਾ, ਪਾਤਸ਼ਾਹ ਤੁਹਾਡੇ ਪਰਿਵਾਰ ਵਿੱਚ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ, ਤੁਹਾਡੇ ਪਰਿਵਾਰ ਵਿੱਚ ਮਾਤਾ ਸਾਹਿਬ ਮਾਤਾ ਗੁਜਰੀ ਜੀ, ਤੁਹਾਡੇ ਪਰਿਵਾਰ ਵਿੱਚ ਵੱਡੇ 2 ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਤੁਹਾਡੇ ਪਰਿਵਾਰ ਵਿੱਚ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਮਾਤਾ ਜੀਤੋ ਜੀ, ਪਾਤਸ਼ਾਹ ਤੁਸੀਂ ਫਿਰ ਇਹਨਾਂ ਦੀ ਸੁਖ ਮੰਗਦੇ ਪਏ ਨਾ ਪਰਿਵਾਰ ਦੀ, ਸੁਖੀ ਬਸੈ ਮੋਰੋ ਪਰਿਵਾਰਾ, ਪਰਿਵਾਰ ਦੀ ਸੁਖ ਮੰਗੀ ਹੈ। ਪਾਤਸ਼ਾਹ ਕਹਿੰਦੇ, ਨਹੀਂ ਭਾਈ, ਸੇਵਕ ਸਿੱਖ ਸਭੈ ਕਰਤਾਰਾ, ਸਾਡਾ ਪਰਿਵਾਰ ਤੇ ਸਾਡੇ ਸਿੱਖ ਨੇ ਭਾਈ, ਅਸੀਂ ਸਿੱਖਾਂ ਨੂੰ ਹੀ ਆਪਣਾ ਪਰਿਵਾਰ, ਖਾਲਸੇ ਨੂੰ ਆਪਣਾ ਪਰਿਵਾਰ ਮੰਨਿਆ ਹੈ। ਜਿਸ ਵੇਲੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਦਮਦਮਾ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਕੇ ਸਾਹਿਬਜ਼ਾਦਿਆਂ ਦਾ ਦਿਦਾਰਾ ਨਾ ਹੋਇਆ, ਪੁੱਛਿਆ, ਕਹਿਣ ਲੱਗੇ, ਸਵਾਮੀ ਜੀ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ ਪਏ। ਤੇ ਉਸ ਵੇਲੇ ਪੰਥ ਵੱਲ ਉਂਗਲ ਕਰਕੇ, ਹੱਥ ਕਰਕੇ ਪਾਤਸ਼ਾਹ ਨੇ ਆਖਿਆ, ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁਤ 4 ਮੂਏ ਤੋ ਕਿਆ ਭਇਆ ਜੀਵਤ। ਕਈ ਇਹ ਪੰਥ ਸਦਾ ਹੀ ਜਿਉਂਦਾ ਰਹਿਣਾ। ਸਾਹਿਬਜ਼ਾਦਿਆਂ ਦੀ ਤੇ ਉਮਰਾ ਹੈ, ਮੰਨ ਲਓ ਵੀ ਜੇ ਉਥੇ ਸ਼ਹਾਦਤ ਨਾ ਵੀ ਪਾਉਂਦੇ ਤੇ ਬਾਅਦ ਵਿੱਚ 100 ਸਾਲ 50 ਸਾਲ 70 ਸਾਲ ਦੀ ਉਮਰਾ ਮਾਨ ਕੇ ਤੇ ਜਾਣਾ ਹੀ ਹੈ ਨਾ ਦੁਨੀਆ ਤੋਂ। ਬਾਬਾ ਸ਼੍ਰੀ ਚੰਦ ਵੀ ਤੇ ਚਲੇ ਹੀ ਗਏ ਨਾ, ਲਖਮੀ ਦਾਸ ਵੀ ਤੇ ਚਲੇ ਹੀ ਗਏ, ਬਾਬਾ ਮੋਹਨ ਤੇ ਮੋਹਰੀ ਵੀ ਤੇ ਸਾਹਿਬਜ਼ਾਦੇ ਨੇ, ਬਾਬਾ ਦਾਤੂ ਤੇ ਦਾਸੂ ਜੀ ਵੀ ਸਾਹਿਬਜ਼ਾਦੇ, ਬਾਬਾ ਪ੍ਰਿਥੀ ਚੰਦ ਤੇ ਮਹਾਦੇਵ ਵੀ ਤੇ ਸਾਹਿਬਜ਼ਾਦੇ ਨੇ, ਚਲੇ ਹੀ ਗਏ ਨਾ ਸਾਰੇ ਸਰੀਰ ਛੱਡ ਕੇ। ਤੇ ਚਲੇ ਤੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ ਵੀ ਜਾਣਾ। ਸ਼ਹਾਦਤ ਨਾ ਵੀ ਪਾਉਂਦੇ ਤੇ ਤਾਂ ਵੀ ਇੱਕ ਨਾ ਇੱਕ ਦਿਨ ਸਰੀਰ ਛੱਡਣਾ ਹੈ। ਪਰ ਪਾਤਸ਼ਾਹ ਕਹਿੰਦੇ, ਇਹ ਜਿਹੜਾ ਪੰਥ ਹੈ ਨਾ ਸਾਡਾ ਖਾਲਸਾ, ਇਹ ਖਾਲਸਾ ਸਦਾ ਹੀ ਰਹਿਣਾ ਹੈ। ਜਿੰਨਾ ਚਿਰ ਇਹ ਦੁਨੀਆ ਰਹੇਗੀ ਉਹਨਾਂ ਚਿਰ ਇਹ ਨਾਦੀ ਪੁੱਤਰ ਮਹਾਰਾਜ ਦਾ ਰਹਿਣਾ ਹੀ ਰਹਿਣਾ। ਇਹਨਾਂ ਦੇ ਉੱਪਰ ਦੀ ਅਸੀਂ ਆਪਣੇ 4 ਪੁੱਤਰ ਕੁਰਬਾਨ ਕਰ ਦਿੱਤੇ। ਇਹ ਸਾਰਾ ਪੰਥ ਹੀ ਆਪਣੇ ਮਹਿਲਾਂ ਨੂੰ ਆਖਿਆ ਵੀ ਇਹ ਤੁਹਾਡਾ ਪੁੱਤਰ ਹੀ ਹੈ। ਐਸਾ ਪੁੱਤਰ ਝੋਲੀ ਪਾਇਆ ਜਿਹੜਾ ਕਦੇ ਮੁੱਕੇਗਾ ਨਹੀਂ, ਕਦੇ ਨਾਸ ਨਹੀਂ ਹੋਵੇਗਾ। ਗੁਰਬਾਣੀ ਦਾ ਬਚਨ ਪੁੱਛਿਆ, ਮਹਾਰਾਜ ਪਰਿਵਾਰ ਕਿਹਨੂੰ ਆਖਿਆ? ਕਹਿੰਦੇ ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ
ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਤੋਰ ਭਜਨ ਕੀ ਤੇਰੇ ਭਜਨ ਦੀ ਪਿਆਸ ਲੱਗੀ ਰਵੇ ਇਹ ਕਿਰਪਾ ਕਰ। ਇਸ ਤਰ੍ਹਾਂ ਮਹਾਰਾਜ ਨੇ ਪੰਥ ਨੂੰ ਅੱਗੇ ਰੱਖਿਆ, ਖਾਲਸੇ ਨੂੰ ਅੱਗੇ। ਇਹਨਾਂ ਵਿੱਚੋਂ ਹੀ ਸਾਰੀਆਂ ਦਾਤਾਂ ਮਹਾਰਾਜ ਨੇ ਆਖਿਆ ਪ੍ਰਾਪਤ ਹੁੰਦੀਆਂ ਹਨ। ਨੇਤ ਰਚੀ ਪਰਮੇਸ਼ਰ ਜੈਸੇ, ਕਿਉਂਕਿ ਪਰਮਾਤਮਾ ਨੇ ਇੱਕ ਨੇਤ ਕਹੀਏ ਨੀਅਤ ਕੀਤਾ ਹੁੰਦਾ ਸਮਾਂ। ਪਰਮਾਤਮਾ ਦੇ ਵੱਲੋਂ ਇੱਕ ਸਮਾਂ ਬਣਾਇਆ ਗਿਆ ਵੀ ਇਸ ਸਮੇਂ ਆ ਕੁਝ ਹੋਣਾ ਹੈ। ਗੁਰਬਾਣੀ ਦਾ ਮਾਂ ਵਾਕ ਇਹ ਹੈ, ਆਵਤ ਕਿੰਨੇ ਨ ਰਾਖਿਆ ਜਾਵਤ ਕਿਉਂ ਰਾਖਿਆ ਜਾਏ। ਬੱਚੇ ਦੇ ਜਨਮ ਹੋਣ ਦਾ ਟਾਈਮ ਹੋ ਗਿਆ ਹੈ, ਦੁਨੀਆ ਤੇ ਕੋਈ ਤਾਕਤ ਉਹਨੂੰ ਮੋੜ ਨਹੀਂ ਸਕਦੀ, ਕਿਉਂਕਿ ਰੱਬ ਵੱਲੋਂ ਸਮਾਂ ਬੱਧਾ ਗਿਆ ਵੀ ਇਹਦਾ ਜਨਮ ਹੋਣਾ ਹੈ। ਮੌਤ ਦਾ ਸਮਾਂ ਆ ਗਿਆ ਹੈ। ਮਹਾਰਾਜ ਕਹਿੰਦੇ ਵੱਡੇ ਤੋਂ ਵੱਡਾ ਵੈਦ ਹਕੀਮ ਡਾਕਟਰ ਆ ਕੇ ਕੋਲ ਬਹਿ ਜਾਵੇ, ਮੌਤ ਦੇ ਸਮੇਂ ਨੂੰ ਵੀ ਅੱਗੇ ਕੋਈ ਨਹੀਂ ਕਰ ਸਕਦਾ, ਉਹ ਵੀ ਆਉਣਾ ਹੀ ਆਉਣਾ ਹੈ। ਇਹ ਮੌਤ ਤੇ ਜਨਮ ਬਿਲਕੁਲ ਨਿਸ਼ਚਿਤ ਹੈ। ਇਹਦੇ ਸਮੇਂ ਨੂੰ ਪਾਤਸ਼ਾਹ ਕਹਿਣ ਲੱਗੇ ਨਹਿ ਵੱਢਣ ਘਟਨ ਤਿਲ ਸਾਰ, ਇਹ ਸਾਹ ਤੇ ਕੋਈ ਵੱਧ ਘਟ ਨਹੀਂ ਹੋ ਸਕਦਾ। ਇਹ ਪਰਮਾਤਮਾ ਨੇ ਮਰਿਆਦਾ ਬਣਾਈ, ਉਹਦੀ ਮਰਿਆਦਾ ਵਿੱਚ ਹੀ ਦੁਨੀਆ ਤੇ ਆਈਦਾ ਤੇ ਮਰਿਆਦਾ ਤੋਂ ਤੁਰ ਜਾਈਦਾ। ਜੇ ਕਿਤੇ ਸਮਾਂ ਅੱਗਾ ਪਿਛੇ ਹੁੰਦਾ ਹੋਵੇ ਨਾ ਤੇ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਬਾਰ, ਕਹੋ ਨਾਨਕ ਦਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਜੇ ਸਮਾਂ ਕਿਤੇ ਵਾਧਾ ਘਟਦਾ ਹੋਵੇ ਤੇ ਰਾਮ ਵਰਗੇ ਅਵਤਾਰ ਦੁਨੀਆ ਤੇ ਬੈਠੇ ਰਹਿੰਦੇ, ਰਾਵਣ ਵਰਗੇ ਦੁਨੀਆ ਤੋਂ ਜਾਂਦੇ ਹੀ ਨਾ। ਪਰ ਪਾਤਸ਼ਾਹ ਕਹਿੰਦੇ ਨਹੀਂ, ਇਹ ਸਮਾਂ ਸਾਰਿਆਂ ਦੇ ਉੱਪਰ ਲਾਗੂ। 100 ਸਾਲ ਦਾ ਲੰਮਾ ਤਪ ਕਰਦਾ ਰਾਵਣ, ਆਪਣਾ ਸਿਰ ਵੱਢ ਕੇ ਭੇਟ ਕਰਦਾ, ਨਹੀਂ ਪ੍ਰਵਾਨ ਹੁੰਦਾ। ਦੂਜੀ ਵਾਰੀ ਫਿਰ 100 ਸਾਲ ਦਾ ਤਪ ਕਰਦਾ, 900 ਸਾਲ ਤਪ ਕਰਦਾ ਰਿਹਾ ਤੇ 9 ਵਾਰੀ ਆਪਣਾ ਸਿਰ ਵੱਢ ਕੇ ਭੇਟ ਕਰਦਾ, ਪ੍ਰਵਾਨਗੀ ਨਹੀਂ। ਮਨ ਵਿੱਚ ਹੰਕਾਰ ਵੱਧਦਾ ਜਾਂਦਾ, ਇੱਕ ਵਾਰੀ ਸਿਰ ਦਿੱਤਾ, 2 ਵਾਰੀ ਦਿੱਤਾ, 3 ਵਾਰੀ ਦਿੱਤਾ, ਜਿਵੇਂ ਜਿਵੇਂ ਸਿਰ ਦਿੰਦਾ ਉਵੇਂ ਉਵੇਂ ਹੰਕਾਰ ਵੱਧਦਾ। 10ਵੀਂ ਵਾਰੀ ਜਾ ਕੇ ਸਮਝ ਪਈ ਨਹੀਂ, ਹੰਕਾਰ ਦੇ ਨਾਲ ਨਹੀਂ, ਇਹ ਸਭ ਕੁਝ ਹੰਕਾਰ ਤਿਆਗਣਾ ਪਵੇਗਾ। ਫਿਰ ਜਾ ਕੇ ਕੁਰਬਾਨੀ ਕੀਤੀ ਤੇ ਉਸ ਵੇਲੇ ਇਸ਼ਟ ਦੇਵ ਨੂੰ ਪੈਦਾ ਕਰ ਲਿਆ, ਪ੍ਰਗਟ ਕਰ ਲਿਆ ਆਪਣੇ ਸਾਹਮਣੇ। ਪਾਤਸ਼ਾਹ ਕਹਿੰਦੇ ਏਡੇ ਏਡੇ ਵੱਡੇ ਰਾਵਣ ਵਰਗੇ ਜਿਨ੍ਹਾਂ ਨੇ 1000 ਸਾਲ ਤਾਪੀ ਕਰ ਛੱਡਿਆ, ਜੰਗਲਾਂ ਵਿੱਚ ਬਹਿ ਕੇ ਰਹਿ ਤੇ ਦੁਨੀਆ ਤੇ ਉਹ ਨਹੀਂ। ਇਸ ਕਰਕੇ ਬਚਨ ਇਹ ਹੈ ਗੁਰਮੁਖੋ, ਪਰਮੇਸ਼ਰ ਨੇ ਜਿਹੜੀ ਵਿਧੀ ਬਣਾਈ ਹੈ ਨਾ, ਇਹਨੂੰ ਕੋਈ ਟਾਲ ਨਹੀਂ ਸਕਦਾ। ਇਹ ਜਿਵੇਂ ਹੋਣਾ ਉਵੇਂ ਹੋਣਾ ਹੀ ਹੈ। ਭੂਤ ਭਵਿੱਖ ਨਾ ਮਿਟੇ ਸੋ ਕੈਸੇ, ਗੁਰਮੁਖੋ ਭੂਤ ਕਹੀਏ ਜਿਹੜਾ ਸਮਾਂ ਬਤੀਤ ਹੋ ਗਿਆ, ਜਿਹੜਾ ਬਤੀਤ ਹੋ ਗਿਆ, ਜੋ ਉਹਦੇ ਵਿੱਚ ਹੋਣਾ ਉਹ ਹੋ ਚੁੱਕਿਆ। ਅਤੇ ਇਸੇ ਤਰ੍ਹਾਂ ਭਵਿੱਖ ਜਿਹੜਾ ਸਮਾਂ ਅੱਗੇ ਆਉਣਾ ਹੈ, ਭਾਵੇਂ ਆਪਾਂ ਜੋ ਮਰਜ਼ੀ ਕਰ ਲਈਏ, ਆਉਣ ਵਾਲਾ ਸਮਾਂ ਵੀ ਟਾਲਿਆ ਨਹੀਂ ਜਾਂਦਾ। ਜੋਤਸ਼ੀ ਬਥੇਰੇ ਆਉਂਦੇ ਪਿੰਡਾਂ ਵਿੱਚ ਗੇੜੇ ਮਾਰਦੇ, ਆ ਦਾਨ ਕਰ, ਆ ਪੁੰਨ ਕਰ ਤੇ ਤੇਰਾ ਅਗਲਾ ਸਮਾਂ ਮਾੜਾ ਟਲ ਜਾਏਗਾ। ਕੇਵਲ ਤੇ ਕੇਵਲ ਸਮੇਂ ਨੂੰ ਤੇ ਪਰਮੇਸ਼ਰ ਹੀ ਟਾਲ ਸਕਦਾ ਹੈ, ਪਰਮੇਸ਼ਰ ਬਿਨਾਂ ਕੋਈ ਸਮੇਂ ਨੂੰ ਟਾਲ ਨਹੀਂ ਸਕਦਾ। ਇਹ ਤੇ ਸਾਡੇ ਮਨ ਦਾ ਇੱਕ ਭਰਮ ਬਣਿਆ ਹੋਇਆ। ਪਾਤਸ਼ਾਹ ਕਹਿੰਦੇ ਪਿਛਲਾ ਸਮਾਂ ਤੇ ਆਉਣ ਵਾਲਾ ਸਮਾਂ ਜੋ ਕੁਛ ਕਰਨਾ ਸੋ ਕਰ ਰਹਿਆ, ਜੋ ਪ੍ਰਮਾਤਮਾ ਨੇ ਕਰਨਾ ਹੈ ਉਹਨੇ ਉਹੀ ਕਰਨਾ, ਉਹਦੇ ਹੁਕਮ ਤੋਂ ਬਾਹਰ ਹੀ ਕੁਝ ਨਹੀਂ ਹੁੰਦਾ, ਕੋਈ ਟਾਲ ਨਹੀਂ ਸਕਦਾ, ਕੋਈ ਮੋੜ ਨਹੀਂ ਸਕਦਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣਿਆਂ ਸਿੰਘਾਂ ਨੂੰ ਉਪਦੇਸ਼ ਦਿੰਦੇ ਪਏ ਸੱਚਖੰਡ ਜਾਣ ਤੋਂ ਪਹਿਲਾਂ। ਪਾਤਸ਼ਾਹ ਜੀ ਹੋਰ ਕਿਹੜੇ ਕਿਹੜੇ ਬਚਨ ਕਰਦੇ ਜਿਹੜੇ ਸਾਡੀ ਜ਼ਿੰਦਗੀ ਵੀ ਬਦਲ ਦੇਣਗੇ, ਉਹ ਆਪਾਂ ਕੱਲ ਨੂੰ ਫਿਰ ਅੱਗੇ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਭੁੱਲਾਂਗੇ, ਮੁਆਫੀ ਲੇਖਾ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।